गुरु प्रसाद जप आद सच जुगाद सच है ही सच नानक होसी ही सच चक्र चिन्ह अर बरन जात अर पात नहन जेह रूप रंग हर रेख पेख को कहना सकत केह अचल मूरत अनभव प्रकाश हमें तोज कह जाए कोट हिंदर इंद्राण साहे साहण गण जाए त्रिभुवन महीप सुर नर असुर नेत नेत बन तृण कहत त्वै सर्ब नाम कथा कवन कर्म नाम बरनत सुमत मैं गरीब सच टेक तू मेरे सतगुर पूरे देख तुम्हारा दर्शन मेरा मन तीरे यह बिद सुन कै जाट रो उठ भगति लागा मिले प्रतख गुसाइया धन्ना वड भागा सज्जन सचा पातशाहो सिर साहांदा साहो जिस पास बैठिया सोहिया सबना दा वेसाहो मूक उचरै शास्त्र खट पिंग गिरन चढ़ जाए अंध लखै
काल कृपा कराए। अमें दृष्ट शुभ करै हरै अग पाप सकल मल। काम क्रोध अर लोभ मोह वस करै सबै बल। सदा सुख मन वसै दुख संसार खोवै। गुर नव निद दरियाओ जन्म हम कालख तोवै। सुकहु टल गुर सेवियै अहनिस सहज सुभाए। दर्शन परसै गुरु कै जन्म मरण दुख जाय। दर्शन परसै गुरु कै जन्म मरण दुख जाय। सतनाम श्री वाहेगुरु साहेब जीओ। सावण सरसे कामणे चरण कमल स्यों प्यार। मन तन रता सच रंग एको नाम आधार। सावण सरसे कामणे चरण कमल स्यों प्यार। मन तन रता सच रंग एको नाम आधार। बिख्या रंग कुड़ावेया दिशा न सभे छार। हर अमृत बूंद सुहावणे मिल साधो पीवण हार। वर्ण तीर्ण प्रभ संग मौलिया समर्थ पुरख अपार। हर मिलण नो मन लोचदा कर्म मिलावण हार। जिने सखिए प्रभ पाया हाँ तिन कै साध बलहार। नानक हर जे मया कर शब्द सवारण हार। सावण तिना सुहागणे जिन राम नाम उर हार। नानक हर जे मया कर शब्द सवारण हार। सावण तिना सुहागणे जिन राम नाम उर हार। वाहेगुरु जी का खालसा वाहेगुरु जी के फतेह। सच्चे पातशाह दीन दुनिया दे मालिक
10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸਾਧ ਸੰਗਤ ਜੀ, ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ। ਅੰਮ੍ਰਿਤਸਰ ਸਾਹਿਬ ਜੋ ਕੈਲੰਡਰ ਹੈ ਸ਼੍ਰੋਮਣੀ ਕਮੇਟੀ ਦਾ ਬਣਾਇਆ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਦੇ ਦਿਨ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਤੋ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਜੋ ਜੰਤਰੀ ਹੈ ਉਹਦੇ ਵਿੱਚ ਅੱਜ ਦੇ ਦਿਨ ਦਾ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਆਇਆ ਹੈ। ਤੋ ਸਾਧ ਸੰਗਤ ਜੀ, ਭਗਤ ਧੰਨਾ ਜੀ ਦੀ ਜੋ ਪ੍ਰਾਪਤੀ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਵਿੱਚ ਜ਼ਿਕਰ ਕੀਤਾ ਹੈ ਕਿ ਬ੍ਰਾਹਮਣ ਪੂਜੈ ਦੇਹੁਰਾ ਧੰਨਾ ਗਊ ਚਰਾਵਣ ਜਾਵੈ। ਜਿਹੜਾ ਬ੍ਰਾਹਮਣ ਸੀ ਨਾ, ਉਹ ਠਾਕੁਰ ਦੀ ਪੂਜਾ ਕਰਦਾ ਹੈ। ਉਹ ਸਾਧ ਸੰਗਤ ਜੀ ਪੱਥਰ ਹੁੰਦਾ ਹੈ ਤੇ ਉਸ ਨੂੰ ਠਾਕੁਰ ਮੰਨ ਕਰਕੇ ਉਹਦੇ ਲਾਗੇ ਨਿੱਕੇ ਹੋਰ ਪੱਥਰ ਵੀ ਪਾਰਖਦ ਆਦਿਕ ਬਣਾਏ ਹੁੰਦੇ ਹੈ ਤੇ ਵਿਧੀ ਪੂਰਵਕ ਬ੍ਰਾਹਮਣ ਆਪਣੇ ਮਤ ਮੁਤਾਬਕ ਪੂਜਾ ਕਰਦੇ ਹੈ। ਤੇ ਧੰਨਾ ਜੀ ਨੇ ਪੁੱਛਿਆ ਕਿ ਬ੍ਰਾਹਮਣ ਜੀ ਤੁਸੀਂ ਇਹ ਕੀ ਕਰਦੇ ਹੋ? ਬ੍ਰਾਹਮਣ ਕਹਿੰਦਾ, ਧੰਨਿਆ, ਕਹਿਣ ਲੱਗੇ ਕਿ ਮੈਂ ਇਸ ਠਾਕੁਰ ਦੀ ਪੂਜਾ ਕਰਦਾ ਹਾਂ। ਭਗਤ ਧੰਨਾ ਜੀ ਦਾ ਸੂਦਾ ਸੁਭਾਅ ਸੀ। ਕਹਿਣ ਲੱਗੇ ਕਿ ਇਹ ਪੂਜਾ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ? ਬ੍ਰਾਹਮਣ ਕਹਿੰਦਾ, ਜੋ ਮੰਗੀਏ ਉਹ ਠਾਕੁਰ ਕੋਲੋਂ ਮਿਲ ਜਾਂਦਾ ਹੈ। ਆਪਾਂ ਵੀ ਹੁਣ ਪੜ੍ਹਦੇ ਤਾਂ ਹਾਂ ਕਿ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਆਪਾਂ ਪੜ੍ਹਦੇ ਹਾਂ ਨਾ, ਪਰ ਪੜ੍ਹਦਾ ਤਾਂ ਬ੍ਰਾਹਮਣ ਸੀ। ਕਹਿੰਦਾ ਭਗਤ ਧੰਨਾ ਜੀ ਨੂੰ ਤਾਂ ਇਹੀ ਕਹਿੰਦਾ, ਠਾਕੁਰ ਕੋਲੋਂ ਜੋ ਮੰਗੀਏ ਠਾਕੁਰ ਉਹ ਦੇ ਦਿੰਦਾ ਹੈ। ਪਰ ਬ੍ਰਾਹਮਣ ਦਾ ਉਹ ਨਿਸ਼ਚਾ ਹੈ ਨਹੀਂ ਸੀਗਾ। ਪਰ ਕਹਿਣ ਨੂੰ ਕਹਿ ਰਿਹਾ, ਭਗਤ ਧੰਨਾ ਜੀ ਸੂਦਾ ਸੁਭਾਅ ਸੀ। ਕਹਿਣ ਲੱਗੇ, ਇੱਕ ਮੈਨੂੰ ਵੀ ਦੇ ਦੇ। ਕਹਿੰਦੇ, ਧੰਨਿਆ ਤੂੰ ਕੀ ਕਰੇਂਗਾ? ਕਹਿੰਦਾ, ਮਹਾਰਾਜ ਮੈਂ ਵੀ ਪੂਜਾ ਕਰਾਂਗਾ। ਤੈਨੂੰ ਪੂਜਾ ਕਰਨੀ ਧੰਨਿਆ ਤੈਨੂੰ ਆਉਂਦੀ ਨਹੀਂ, ਮਹਾਰਾਜ ਸਿਖਾਲ ਦਿਓ, ਮੈਂ ਵੀ ਪੂਜਾ ਕਰਾਂਗਾ। ਤੂੰ ਕੀ ਕਰਨ ਨੂੰ ਪੂਜਾ ਕਰਨੀ ਹੈ? ਮਹਾਰਾਜ ਮੇਰੇ ਬੜੇ ਕੰਮ ਹੈ ਕਰਨ ਵਾਲੇ, ਮੈਂ ਵੀ ਠਾਕੁਰ ਕੋਲੋਂ ਉਹ ਕੰਮ ਕਰਾਉਣੇ ਆ। ਤੇ ਉਹ ਬ੍ਰਾਹਮਣ ਢਾਲ ਛੱਡਿਆ ਕਰੇ। ਭਗਤ ਧੰਨਾ ਜੀ ਰੋਜ਼ ਫਿਰ ਖੜੇ ਪੈਣ ਆ ਕਰਕੇ ਕਿ ਮੈਨੂੰ ਵੀ ਠਾਕੁਰ ਚਾਹੀਦਾ, ਕਿਉਂਕਿ ਭਗਤ ਧੰਨਾ ਜੀ ਉਸ ਨੂੰ ਪੱਥਰ ਨਹੀਂ ਸਮਝਦੇ, ਪਰਮੇਸ਼ਰ ਸਮਝਦੇ ਆ। ਤੇ ਪੰਡਤ ਉਸ ਨੂੰ ਪਰਮੇਸ਼ਰ ਸਮਝ ਕੇ ਪੂਜਾ ਕਰ ਰਿਹਾ, ਪਰ ਅੰਦਰੋਂ ਪੱਥਰ ਸਮਝਦਾ ਹੈ। ਵੇਖੋ ਫਰਕ ਕਿੰਨਾ ਹੈ। ਤੇ
ਕਹਿਣ ਵਾਲੇ ਇਉਂ ਵੀ ਕਹਿੰਦੇ ਆ ਕਿ ਅਖੇ ਜੀ ਵੇਖੋ ਧੰਨਾ ਜੀ ਨੇ ਪੱਥਰ ਚੋਂ ਹੀ ਪਾ ਲਿਆ। ਸਾਧ ਸੰਗਤ ਜੀ, ਜਦੋਂ ਇਹ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਨਾ, ਉਦੋਂ ਤੇ ਫਿਰ ਕਣ ਕਣ ਵਿੱਚ ਵਾਹਿਗੁਰੂ ਜੀ ਦਿਸਦੇ ਆ। ਬਾਣੀ ਦਾ ਫੈਸਲਾ ਪੱਥਰ ਚੋਂ ਨਹੀਂ ਪਾਇਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਭੋਲਾ ਸੁਭਾਅ ਸੀ ਨਾ ਧੰਨਾ ਜੀ ਦਾ, ਤੇ ਖਹਿੜਾ ਕੀਤਾ। ਜਦੋਂ ਵੇਖਿਆ ਬ੍ਰਾਹਮਣ ਨੇ ਕਿ ਇਹ ਜੱਟ ਤਾਂ ਪਿੱਛੇ ਹੀ ਪੈ ਗਿਆ, ਖਹਿੜਾ ਹੀ ਨਹੀਂ ਛੱਡਦਾ, ਪੱਥਰ ਇੱਕ ਲਪੇਟ ਕੇ, ਭਾਈ ਗੁਰਦਾਸ ਜੀ ਕਹਿੰਦੇ, ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ। ਗੈਲ ਹੁੰਦਾ ਗਲੋਂ ਲਾਉਣਾ, ਆਪਣੇ ਖੜਾ ਛਡਾਉਣਾ। ਉਹ ਠਾਕੁਰ ਨਹੀਂ ਦਿੱਤਾ ਜਿਸ ਦੀ ਪੂਜਾ ਕਰਦਾ ਨਾ, ਜਿਹਦੇ ਉੱਤੇ ਤਿਲਕ ਲਾਉਂਦਾ ਹੈ, ਹੋਰ ਚੰਦਨ ਚੜਾਉਂਦਾ ਹੈ, ਜਿਸ ਨੂੰ ਸੱਚਮੁੱਚ ਹੀ ਆਪਣੀ ਬਿਰਤੀ ਕਰਕੇ ਭਾਵੇਂ ਸਮਝਦਾ, ਮਨ ਕਰਕੇ ਨਿਸ਼ਚਾ, ਤਾਂ ਜਿਹਦਾ ਸਤਿਗੁਰੂ ਟਿਕਾਉਣ ਉਹਦਾ ਹੀ ਟਿਕਦਾ ਨਾ। ਪਰ ਉਹ ਨਹੀਂ ਦਿੱਤਾ। ਇੱਕ ਵੈਸੇ ਹੀ ਪੱਥਰ ਇੱਕ ਨਾ ਕੱਪੜੇ 'ਚ ਲਪੇਟ ਕੇ ਕਹਿੰਦੇ, ਲੈ ਧੰਨਿਆ ਠਾਕੁਰ। ਧੰਨਾ ਜੀ ਬੜੇ ਖੁਸ਼ ਹੋਏ ਕਿ ਰੱਬ ਹੀ ਮਿਲ ਗਿਆ। ਉਹਨਾਂ ਪੱਥਰ ਥੋੜਾ ਜਾਣਿਆ। ਤੇ ਫਿਰ ਇਹ ਪ੍ਰਸਿੱਧ ਹੈ ਸਾਖੀ ਕਿ ਧੰਨਾ ਜੀ ਘਰ ਲਿਆ ਕਰਕੇ ਫਿਰ ਪ੍ਰਸ਼ਾਦ ਬਣਾ ਕਰਕੇ ਪੱਥਰ ਦੇ ਅੱਗੇ ਰੱਖਿਆ, ਤੇ ਬੜਾ ਨਿਸ਼ਚਾ ਰੱਖ ਕੇ ਕਿ ਮਹਾਰਾਜ ਪ੍ਰਸ਼ਾਦ ਛਕੋ, ਭੋਗ ਲਾਓ। ਤੇ ਸ਼ਾਮਾਂ ਪੈ ਗਈਆਂ, ਹੁਣ ਪੱਥਰ ਥੋੜੋ ਪ੍ਰਸ਼ਾਦਾ ਖਾ ਸਕਦਾ। ਤੇ ਉਹ ਫਿਰ ਪ੍ਰਸ਼ਾਦਾ ਜਿਹੜਾ ਸੀ ਨਾ, ਸਾਧ ਸੰਗਤ ਜੀ, ਬਾਸੀ ਹੋਣ ਕਰਕੇ ਭਗਤ ਧੰਨਾ ਜੀ ਨੇ ਕਹਿੰਦੇ ਅਗਲੇ ਦਿਨ ਫਿਰ ਰਾਤ ਵੀ ਬੈਠੇ ਰਹੇ। ਅਗਲੇ ਦਿਨ ਨਵਾਂ ਭੋਜਨ ਤਿਆਰ ਕੀਤਾ। ਭਗਤ ਜੀ ਦਾ ਹੱਠ ਸੀਗਾ, ਕਿਉਂਕਿ ਇੰਨਾ ਭੋਲਾ ਸੁਭਾਅ ਹੈ, ਉਹ ਪੱਥਰ ਨੂੰ ਪਰਮੇਸ਼ਰ ਜਾਣ ਰਹੇ ਆ। ਤੇ ਜਦੋਂ ਭੋਲਾ ਸੁਭਾਅ ਭਗਤ ਦਾ ਵੇਖ ਕਰਕੇ ਫਿਰ ਪਰਮੇਸ਼ਰ ਨਾ ਪਿਆਰ ਦਾ ਬੱਧਾ ਹੈ ਵਾਹਿਗੁਰੂ। ਭਗਤ ਜੀ ਨੇ ਕੁਝ ਨਹੀਂ ਖਾਧਾ, ਤੇ ਉਹਦੀ ਮਨ ਦੀ ਬੇਬਲਤਾ ਵੇਖ ਕੇ, ਪ੍ਰੇਮ ਦੀ ਹਾਲਤ ਵੇਖ ਕਰਕੇ ਆਵਾਜ਼ ਦਿੱਤੀ, ਧੰਨਿਆ ਪੱਥਰ ਰੋਟੀ ਨਹੀਂ ਖਾਂਦੇ ਹੁੰਦੇ, ਤੂੰ ਭੋਜਨ ਖਾ ਲੈ। ਤੇ ਭਗਤ ਧੰਨਾ ਜੀ ਦਾ ਅੰਦਰ ਜਾਗਿਆ, ਕਹਿਣ ਲੱਗੇ, ਮਹਾਰਾਜ ਜੇ ਪੱਥਰ ਰੋਟੀ ਨਹੀਂ ਖਾਂਦੇ ਤੇ ਪੱਥਰ ਬੋਲਦੇ ਵੀ ਨਹੀਂ ਹੁੰਦੇ। ਮਹਾਰਾਜ ਜੋ ਤੁਸੀਂ ਬੋਲੇ ਹੋ, ਮੈਂ ਤੁਹਾਨੂੰ ਪ੍ਰਸ਼ਾਦ ਛਕਾਉਣਾ ਹੈ। ਤੇ ਪ੍ਰਤੱਖ ਹੋ ਕੇ ਨਿਰੰਕਾਰ ਨੇ ਪ੍ਰਸ਼ਾਦ ਛਕਿਆ। ਭਗਤ ਧੰਨਾ ਜੀ ਦਾ ਪ੍ਰਸ਼ਾਦਾ ਪ੍ਰਤੱਖ ਰੂਪ ਧਾਰ ਕਰਕੇ ਛਕਿਆ ਵਾਹਿਗੁਰੂ ਨੇ। ਤੇ ਫਿਰ ਮਹਾਰਾਜ, ਕਿਉਂਕਿ ਜਿਸ ਕਾਰਨ ਕਰਕੇ ਅਰਾਧੀਏ ਨਾ, ਮਹਾਰਾਜ ਉਹ ਕਾਰਜ ਵੀ ਸੇਵਕ ਦਾ ਪੂਰਾ ਕਰਦੇ ਆ। ਹੁਣ ਭਗਤ ਦੇ ਪਿਆਰ ਵਿੱਚ ਬੱਝੇ ਹੋਏ, ਇਹ ਨਹੀਂ ਆਖਿਆ ਕਿ ਕੋਈ ਹੋਰ ਸ਼ਕਤੀ ਜਾਂ ਦੇਵੀ ਦੇਵਤੇ ਨੂੰ ਭੇਜਿਆ ਕਿ ਜਾਓ ਧੰਨੇ ਦਾ ਕਾਰਜ ਕਰੋ। ਪਿਆਰ ਵਿੱਚ ਬੱਝੇ ਹੋਏ ਕਹਿੰਦੇ, ਧੰਨਿਆ ਜਿਹਦਾ ਖਾਈਏ ਵੀ ਉਹਦਾ ਕੰਮ ਵੀ ਕਰੀਏ, ਦੱਸ ਹੁਣ ਤੇਰਾ ਕੰਮ ਕੀ ਕਰੀਏ। ਮਹਾਰਾਜ ਖੂਹ ਵੀ ਗੇੜਨਾ ਹੈ, ਫਸਲ ਵੀ ਵੱਢਣੀ ਹੈ, ਗਊਆਂ ਵੀ ਚਾਰਨੀਆਂ, ਚਾਰਾ ਆਦਿਕ ਵੀ ਵੱਢਣਾ, ਤੋ ਸਾਰੇ ਕੰਮ ਧੰਨਾ ਜੀ ਨੇ ਗਣਾ ਤੇ ਮਹਾਰਾਜ ਉਹਨੇ ਰੂਪ ਧਾਰ ਕੇ ਸਾਰੇ ਕੰਮ ਕਰਨ ਲੱਗ ਗਏ। ਧੰਨਾ ਜੀ ਦਾ ਖੂਹ ਵੀ ਗੇੜਨ ਲੱਗ ਪਏ, ਗਊਆਂ ਵੀ ਚਾਰਨ ਲੱਗ ਪਏ, ਬੜੀ ਪ੍ਰਸਿੱਧੀ ਹੋਈ। ਇਹ ਸਾਧ ਸੰਗਤ ਜੀ, ਸਤਿਗੁਰਾਂ ਜੀ ਨੇ ਜਿੱਥੇ ਭਗਤਾਂ ਦਾ ਜ਼ਿਕਰ ਕੀਤਾ ਨਾ, ਜਿੱਥੇ ਕਿਹਾ ਕਿ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋਛੀ ਪਰੋ ਹੋਇਓ ਲਾਖੀਣਾ। ਉੱਥੇ ਭਗਤ ਧੰਨਾ ਜੀ ਦੀ ਬਾਬਤ ਵੀ ਕਿਹਾ ਕਿ ਇਹ ਬਿਦ ਸੁਣ ਕੇ ਜੱਟ ਰੋ। ਇਹਨਾਂ ਭਗਤਾਂ ਦੀ ਬਿਦ ਸੁਣ ਕਰਕੇ ਨਾ ਜੱਟ ਜਿਹੜਾ ਸੀ ਨਾ, ਇਹ ਬਿਦ ਸੁਣ ਕੇ ਜੱਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਬੜ ਭਾਗਾ। ਐਸੇ ਵੱਡਿਆਂ ਭਾਗਾਂ ਵਾਲੇ ਫਿਰ ਨਿਸ਼ਚਾ ਮਹਾਰਾਜ ਜੀ ਨੇ ਧੰਨਾ ਜੀ ਦਾ ਦੱਸਿਆ ਬਾਣੀ ਦੇ ਅੰਦਰ। ਕਹਿੰਦੇ ਨੇ, ਜਨਰੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 ਦਵਾਰਾ, ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ। ਧੰਨਾ ਜੀ ਦਾ ਨਿਸ਼ਚਾ ਏਡਾ ਵੱਡਾ ਹੈ। ਧੰਨਾ ਜੀ ਕਹਿੰਦੇ ਨੇ, ਹੇ ਮਹਾਰਾਜ, ਮਾਤਾ ਦੇ ਉਦਰ ਵਿੱਚ ਇਹ 10 ਦੁਆਰਿਆਂ ਵਾਲਾ ਜਿਹੜਾ 10ਵਾਂ ਗੁਪਤ ਰੱਖ ਕੇ 9 ਦੁਆਰੇ ਖੁੱਲੇ ਰੱਖੇ ਇਹ ਸਰੀਰ ਪੈਦਾ ਕੀਤਾ ਨਾ,
ਉੱਥੇ ਮਹਾਰਾਜ ਮਾਤਾ ਦੇ ਉਦਰ ਵਿੱਚ ਹੀ ਉਹਦਾ ਆਹਾਰ ਭੋਜਨ ਬਣਾ ਕੇ ਰੱਖਿਆ। ਮਹਾਰਾਜ ਤੂੰ ਐਸਾ ਦਿਆਲੂ ਹੈ। ਫਿਰ ਕਿਹਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀ। ਕਛੂ ਕੁੰਮੀ ਇਹ ਭਗਤ ਧੰਨਾ ਜੀ ਦੇ ਬੋਲ ਹੈ। ਜਲ ਵਿੱਚ ਰਹਿੰਦੀ ਹੈ, ਬੱਚਾ ਬਰੇਤੀ ਤੇ ਜਨਮ ਦਿੰਦੀ ਹੈ। ਵਾਹਿਗੁਰੂ ਉਸ ਦੀ ਨਿਗਾਹ ਵਿੱਚ ਇੰਨੀ ਸ਼ਕਤੀ ਪਾਈ ਹੈ ਕਿ ਵੇਖ ਵੇਖ ਕੇ ਆਪਣੇ ਬੱਚੇ ਦੀ ਪ੍ਰਤਪਾਲਣਾ ਕਰ ਲੈਂਦੀ ਹੈ। ਭਗਤ ਧੰਨਾ ਜੀ ਦਾ ਇਹ ਨਿਸ਼ਚਾ ਹੈ। ਤੇ ਜਿਸ ਵਕਤ ਐਡੀ ਪ੍ਰਸਿੱਧੀ ਹੋ ਗਈ ਨਾ, ਉਸ ਬ੍ਰਾਹਮਣ ਦਾ ਨਾਮ ਵੀ ਤਰਲੋਚਨ ਕਰਕੇ ਆਇਆ ਹੈ। ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਤਰਲੋਚਨ ਭਗਤ ਨਹੀਂ ਹਨ। ਇਸ ਬ੍ਰਾਹਮਣ ਦਾ ਨਾਮ ਵੀ ਤਰਲੋਚਨ ਆਇਆ ਕਿਉਂਕਿ ਉਹ ਤਾਂ ਸਾਧ ਸੰਗਤ ਜੀ ਧੰਨਾ ਜੀ ਵਾਂਗ ਹੀ ਤ੍ਰੈ ਕਾਲ ਦਰਸ਼ੀ, ਤੇ ਉਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ, ਜਿੱਥੇ ਕਿਹਾ ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਇਹ ਉਹ ਭਗਤ ਤਰਲੋਚਨ ਜੀ ਦਾ ਸ਼ਬਦ ਹੈ। ਬ੍ਰਾਹਮਣ ਹੋਏ ਆ ਉਹ ਵੀ। ਤੇ ਜਿਸ ਵਕਤ ਤਰਲੋਚਨ ਨੂੰ ਪਤਾ ਲੱਗਾ ਕਿ ਧੰਨੇ ਨੂੰ ਤਾਂ ਮਹਾਰਾਜ ਪ੍ਰਤੱਖ ਹੋ ਗਏ, ਫਿਰ ਉਹ ਸੱਚਮੁੱਚ ਹੀ ਨਾ ਧੰਨੇ ਕੋਲ ਆ ਕਰਕੇ ਬ੍ਰਾਹਮਣ ਨੇ ਕਿਹਾ ਧੰਨਿਆ ਮੈਂ ਝੂਠ ਬੋਲਿਆ ਤੇਰੇ ਨਾਲ, ਤੈਨੂੰ ਮੈਂ ਠਾਕੁਰ ਨਹੀਂ ਸੀ ਦਿੱਤਾ, ਤੈਨੂੰ ਪੱਥਰ ਦਿੱਤਾ ਸੀ। ਤੇ ਭਗਤ ਧੰਨਾ ਜੀ ਕਹਿੰਦੇ ਨੇ ਪੰਡਤ ਜੀ ਮੈਂ ਤਾਂ ਉਹਦੇ ਚੋਂ ਹੀ ਪਾ ਲਿਆ ਪਰਮੇਸ਼ਰ। ਕਹਿਣ ਲੱਗੇ ਧੰਨਿਆ ਮੈਨੂੰ ਵੀ ਦਰਸ਼ਨ ਕਰਾ ਛੱਡ, ਸਾਰੀ ਉਮਰ ਜਿਸ ਦੀ ਮੈਂ ਪੂਜਾ ਕਰਦਾ ਰਿਹਾ ਮੈਂ ਉਹਦਾ ਅੱਖੀਆਂ ਨਾਲ ਕਦੇ ਦਰਸ਼ਨ ਨਹੀਂ ਵੇਖਿਆ। ਭਾਗ ਜਾਗ ਪਏ ਉਸ ਤਰਲੋਚਨ ਦੇ, ਕਹਿੰਦਾ ਮੈਨੂੰ ਵੀ ਦਰਸ਼ਨ ਕਰਾ ਛੱਡ। ਤੇ ਭਗਤ ਧੰਨਾ ਜੀ ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਇਹਨੂੰ ਵੀ ਦਰਸ਼ਨ ਦਿਓ। ਤੇ ਨਿਰੰਕਾਰ ਕਹਿੰਦੇ ਆ ਧੰਨਿਆ ਇਹ ਛਲੀਆ, ਮੈਂ ਇਹਨੂੰ ਦਰਸ਼ਨ ਨਹੀਂ ਦੇਣੇ। ਤੇ ਫਿਰ ਧੰਨਾ ਜੀ ਕਹਿੰਦੇ ਮਹਾਰਾਜ ਮੈਨੂੰ ਦਰਸ਼ਨਾਂ ਦਾ ਕੀ ਲਾਭ ਹੋਇਆ, ਜਿਹਦੇ ਰਾਹੀਂ ਮੈਨੂੰ ਤੁਹਾਡੇ ਦਰਸ਼ਨ ਹੋਏ, ਜੇ ਉਹਨੂੰ ਹੀ ਨਹੀਂ ਦਰਸ਼ਨ ਕਰਵਾ ਰਹੇ ਤੇ ਮਹਾਰਾਜ ਫਿਰ ਮੈਨੂੰ ਕੀ ਲਾਭ ਹੈ। ਕਿਰਪਾ ਕਰੋ ਮਹਾਰਾਜ, ਤੁਸੀਂ ਤਾਂ ਕਦੇ ਕਿਸੇ ਦਾ ਕਪਟ ਛਲ ਨਹੀਂ ਵੇਖਦੇ, ਜਦੋਂ ਤਰੁੱਠਦੇ ਹੋ ਤੇ ਮਹਾਰਾਜ ਮਿਹਰਬਾਨ ਹੋ ਜਾਂਦੇ ਹੋ। ਭਾਈ ਗੁਰਦਾਸ ਜੀ ਨੇ ਲਿਖਿਆ ਆਣ ਵਿਚੋਲਾ ਹੋਏ ਵਿਚੋਲਾ ਆਣ ਮਿਲਾਵੈ। ਭਗਤ ਧੰਨਾ ਜੀ ਦੇ ਬੇਨਤੀ ਕਰਨ ਤੋਂ ਉਸ ਤਰਲੋਚਨ ਨੂੰ ਵੀ ਵਾਹਿਗੁਰੂ ਨੇ ਦਰਸ਼ਨ ਬਖਸ਼ ਕੇ ਨਿਹਾਲ ਕੀਤਾ। ਸਾਧ ਸੰਗਤ ਜੀ ਜੇ ਇੱਕ ਵੀ ਨਿਸ਼ਚੇ ਨਾਲ ਜਪ ਲਵੇ ਨਾ, ਭਰੋਸਾ ਰੱਖ ਲਵੇ, ਤੇ ਉਹਦੇ ਭਰੋਸੇ ਨਾਲ ਦੂਸਰਿਆਂ ਨੂੰ ਵੀ ਜਿਹੜਾ ਹੈ ਉਹ ਨਿਸ਼ਚਾ ਆ ਜਾਂਦਾ ਹੈ। ਭਗਤ ਧੰਨਾ ਜੀ ਦਾ ਏਡਾ ਵੱਡਾ ਨਿਸ਼ਚਾ, ਪਰਮੇਸ਼ਰ ਨੂੰ ਸਾਖਿਆਤ ਕੀਤਾ, ਪ੍ਰਤੱਖ ਮਹਾਰਾਜ ਜੀ ਦਾ ਦਰਸ਼ਨ ਕੀਤਾ, ਜਿਹਦੀ ਗਵਾਹੀ ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਭਰੀ ਹੈ। ਜੇ ਭਗਤਾਂ ਨੇ ਨਿਰੰਕਾਰ ਦੀ ਆਰਤੀ ਕੀਤੀ ਹੈ ਤੇ ਭਗਤ ਧੰਨਾ ਜੀ ਨੇ ਆਰਤਾ ਹੀ ਕਰ ਦਿੱਤਾ, ਤੇ ਉਹ ਆਰਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ, ਜਿਹਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਲੋੜ ਵਾਲੀਆਂ ਚੀਜ਼ਾਂ ਮਹਾਰਾਜ ਤੋਂ ਮੰਗੀਆਂ ਹਨ। ਫਿਰ ਇਹ ਕਿਹਾ ਕਿ ਭੁੱਖਿਆਂ ਭਗਤੀ ਨਹੀਂ ਹੁੰਦੀ ਮਹਾਰਾਜ ਤੇਰੀ, ਸਾਰੀਆਂ ਹੀ ਇਹ ਚੀਜ਼ਾਂ ਲੋੜ ਵਾਲੀਆਂ ਮੈਨੂੰ ਚਾਹੀਦੀਆਂ ਹਨ। ਐਸਾ ਨਿਰੰਕਾਰ ਦਾ ਆਰਤਾ ਕੀਤਾ। ਫਿਰ ਕਿਹਾ ਕਿ ਮੈਂ ਮਹਾਰਾਜ ਮੈਂ ਨਾ ਹੀ ਕੀਤਾ ਲੱਭੋ, ਮੈਂ ਲੱਭ ਲਾਲਚ ਨਹੀਂ ਕੀਤਾ, ਬਸ ਇੱਕ ਨਾਮ ਤੇਰਾ ਮੈਂ ਫੱਬੋ। ਮਹਾਰਾਜ ਮੈਨੂੰ ਤੇਰਾ ਨਾਮ ਹੀ ਫੱਬਦਾ, ਇੱਕ ਬਸ ਤੇਰਾ ਨਾਮ ਹੀ ਚੰਗਾ ਲੱਗਦਾ ਹੈ। ਇਹ ਸਾਧ ਸੰਗਤ ਜੀ ਭਗਤ ਧੰਨਾ ਜੀ ਦਾ ਏਡਾ ਵੱਡਾ ਨਿਸ਼ਚਾ, ਭੋਲੇ ਭਾਅ ਨਾਲ ਨਿਰੰਕਾਰ ਦੀ ਪ੍ਰਾਪਤੀ ਕੀਤੀ, ਵਾਹਿਗੁਰੂ ਦੀ ਸਾਖਿਆਤਤਾ ਕੀਤੀ। ਐਸੇ ਧੰਨਾ ਭਗਤ ਜੀ ਦਾ ਅੱਜ ਜਨਮ ਦਿਨ, ਮੈਂ ਉਹਨਾਂ ਦੇ ਜਨਮ ਦਿਹਾੜੇ ਤੇ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ, ਸੱਚੇ ਪਾਤਸ਼ਾਹ ਦੀ ਬਾਣੀ ਦੀ ਪਵਿੱਤਰ ਕਥਾ ਮਨ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ
ਵਾਹਿਗੁਰੂ ਜੀ। ਸਾਵਣ ਸਰਸੇ ਕਾਮਣੇ। ਤੋ ਸਾਧ ਸੰਗਤ ਜੀ, ਹੁਣ ਪਾਵਸ ਰੁੱਤ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਹੀਨਾ ਸਾਵਣ ਆਰੰਭ ਕਰ ਰਹੇ ਹੈ। ਜਦੋਂ ਇਹ ਪਾਵਸ ਰਿਤੂ ਆਉਂਦੀ ਹੈ ਉਦੋਂ ਦਾ ਸਾਧ ਸੰਗਤ ਜੀ ਮਾਹੌਲ ਕੀ ਹੁੰਦਾ ਹੈ, ਉਹਨੂੰ ਆਪਾਂ ਆਪਣੇ ਚਿੱਤ ਵਿੱਚ ਲਿਆਈਏ ਤੇ ਫਿਰ ਸਾਨੂੰ ਅਰਥ ਸਮਝ ਬਹੁਤ ਸੁਖੈਨ ਪੈਣਗੇ। ਜਦੋਂ ਗਰੀਖਮ ਰੁੱਤ ਦੀ ਸਮਾਪਤੀ ਹੁੰਦੀ ਹੈ ਨਾ ਸਾਧ ਸੰਗਤ ਜੀ, ਧਰਤੀ ਬਹੁਤ ਤਪ ਚੁੱਕੀ ਹੁੰਦੀ ਹੈ, ਬਹੁਤ ਜ਼ਿਆਦਾ। ਪੰਛੀ ਵੀ, ਬ੍ਰਿਕਸ਼ ਵੀ ਸਭ ਨਿਰੰਕਾਰ ਨੂੰ ਆਰਾਧਦੇ ਹੈ ਕਿ ਮਹਾਰਾਜ ਮੀਂਹ ਪਾ ਦੇ। ਸਭ ਪਰਮੇਸ਼ਰ ਦੇ ਅੱਗੇ ਅਰਦਾਸਾਂ ਕਰਦੇ ਆ ਤੇ ਉਹਨਾਂ ਦੀਆਂ ਅਰਦਾਸਾਂ ਜਦੋਂ ਸਾਧ ਸੰਗਤ ਜੀ ਨਿਰੰਕਾਰ ਸੁਣਦੇ ਆ ਤੇ ਫਿਰ ਆਕਾਸ਼ ਵਿੱਚ ਬੱਦਲ ਚੜ ਕੇ ਆਉਂਦੇ ਆ। ਬੱਦਲ ਗੜਗੜਾਹਟ ਕਰਦੇ ਆ, ਬਿਜਲੀ ਚਮਕਦੀ ਹੈ, ਘਟਾਵਾਂ ਚੜ ਚੜ ਆਉਂਦੀਆਂ ਨੇ ਤੇ ਫਿਰ ਸਾਵਣ ਆਇਆ ਚਿਮਚਿਮਾ, ਜਲ ਹਰ ਬਰਸਨਹਾਰ, ਊਨਮ ਊਨਮ ਆਇਆ ਵਰਸੈ ਨੀਰ ਨਿਪੰਗ। ਇਉਂ ਫਿਰ ਸਾਧ ਸੰਗਤ ਜੀ ਝੁਕ ਝੁਕ ਕੇ ਬੱਦਲ ਆਉਂਦੇ ਆ, ਬੜੀ ਬਰਖਾ ਹੁੰਦੀ ਹੈ, ਜਲ ਥਲ ਹੋ ਜਾਂਦਾ ਹੈ। ਇਹੋ ਜੀ ਬਰਖਾ ਹੁੰਦੀ ਹੈ ਕਿ ਜਿੰਨੀਆਂ ਸਾਧ ਸੰਗਤ ਜੀ ਗਲੀਆਂ ਨਾਲੀਆਂ ਟੋਬੇ ਸਭ ਦੇ ਜਲ ਉਛਲਣ ਲੱਗ ਪੈਂਦੇ ਆ ਤੇ ਸਾਰੇ ਹੀ ਇਹ ਸਾਫ਼ ਹੋ ਜਾਂਦੇ ਆ। ਜਿਉਂ ਮੀਂਹੋ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਮਿਲ ਸੁਰਸਰੀ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਇਹ ਵਡਿਆਈ ਸਤਿਗੁਰੂ ਨਿਰਵੈਰ ਸਤਿਗੁਰਾਂ ਦੇ ਅੰਦਰ ਹੈ। ਸਾਧ ਸੰਗਤ ਜੀ, ਸਤਿਗੁਰਾਂ ਦੇ ਅੰਦਰ ਕੀ ਵਡਿਆਈ ਹੈ? ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਦਰ ਏਡੀ ਵੱਡੀ ਵਡਿਆਈ ਹੈ। ਜਿਵੇਂ ਉਹ ਸਾਰਾ ਮੀਂਹ ਦਾ ਅਲੰਕਾਰ ਬਾਹਰੋਂ ਆਪਾਂ ਦਰਸ਼ਨ ਕਰਦੇ ਆਂ, ਵੇਖਦੇ ਆਂ, ਟੋਬੇ ਭਰ ਜਾਂਦੇ ਐ, ਗਲੀਆਂ ਨਾਲੀਆਂ ਸਭ ਸਾਫ਼ ਹੋ ਜਾਂਦੀਆਂ ਹਨ, ਕੱਖ ਕਾਂਟ ਰੁੜ ਜਾਂਦੇ ਐ, ਉੱਚੇ ਟਿੱਬੇ ਵੀ ਜਿਹੜੀ ਸਾਧ ਸੰਗਤ ਜੀ ਹੌਲੀ ਹੌਲੀ ਥਿਮ ਥਿਮ ਕੇ ਬਰਖਾ ਪੈਂਦੀ ਹੈ, ਉਹਦੇ ਨਾਲ ਉਹਨਾਂ ਦਾ ਵੀ ਜਿਹੜਾ ਹੈ ਨਾ ਉਹ ਸਾਧ ਸੰਗਤ ਜੀ ਇਹੋ ਜਿਹਾ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ। ਜਿੱਥੇ ਜਲ ਚੜ੍ਹ ਹੀ ਨਹੀਂ ਸਕਦਾ ਉਹ ਵੀ ਸਨਿਗਧ ਹੋ ਜਾਂਦੇ ਹੈ, ਉਹ ਵੀ ਭਿੱਜ ਜਾਂਦੇ ਆ, ਉਹਨਾਂ 'ਚ ਵੀ ਸਲਾਬ ਪੈਦਾ ਹੋ ਜਾਂਦੀ ਹੈ, ਉਹਨਾਂ ਟਿੱਬਿਆਂ ਤੇ ਵੀ ਘਾਹ ਆਦਿਕ ਉੱਗ ਪੈਂਦਾ ਹੈ। ਫਿਰ ਖੁਸ਼ੀ ਦੇ ਨਾਲ ਮੋਰ ਬੋਲ ਉੱਠਦੇ ਆ, ਜਿਹੜੇ ਬਬੀਹੇ ਆ ਉਹ ਪੁਕਾਰਦੇ ਹੁੰਦੇ ਆ ਨਾ ਪਿਆਸ ਨਾਲ। ਭਾਈ ਗੁਰਦਾਸ ਜੀ ਨੇ ਕਿਹਾ ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ। ਚੜੇ ਹੋਏ ਕਾਲੇ ਬੱਦਲਾਂ ਨੂੰ ਵੇਖ ਵੇਖ ਕੇ ਮੋਰ ਪਹਿਲਾਂ ਪਾਉਂਦੇ ਆ, ਬਬੀਹੇ ਪ੍ਰਿਓ ਪ੍ਰਿਓ ਕਰਦੇ ਆ। ਬਰਖਾ ਦੀਆਂ ਫਿਰ ਸਾਧ ਸੰਗਤ ਜੀ ਜਦੋਂ ਬੂੰਦਾਂ ਕਿਰਦੀਆਂ ਹਨ, ਬਬੀਹਿਆਂ ਦੀ ਪਿਆਸ ਬੁਝਦੀ ਹੈ, ਮੋਰਾਂ ਨੂੰ ਵੀ ਬਹੁਤ ਅੰਦਰ ਝੁਣਕਾਰਾਂ ਉੱਠਦੀਆਂ, ਬਹੁਤ ਸੁੱਖ ਮਿਲਦਾ ਹੈ। ਇਹ ਬਨਸਪਤੀ ਜਿਹੜੀ ਹੈ, ਜਿਹੜੀ ਸੁੱਕ ਸੜ ਗਈ ਹੁੰਦੀ ਹੈ, ਹਰਿਆਵਲਤਾ ਨਾਲ ਟਹਿਕਣ ਲੱਗ ਪੈਂਦੀ ਹੈ, ਸਾਰੇ ਪੱਤੇ ਫਿਰ ਹਰਿਆਵਲਤਾ ਨਾਲ ਮੌਲਣ ਲੱਗ ਪੈਂਦੇ ਹੈ। ਇਹ ਹੈ ਬਾਹਰਲੀ ਸਾਰੀ ਪ੍ਰਕਿਰਤੀ। ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਪਾਵਸ ਰਿਤੂ ਦਾ ਜਦੋਂ ਆਗਾਜ਼ ਹੀ ਹੁੰਦਾ ਹੈ ਤੇ ਉਹ ਫਰਿਆਦ ਸਾਧ ਸੰਗਤ ਜੀ ਕੀਤੀ ਹੁੰਦੀ ਹੈ ਨਾ, ਧਰਤੀ ਜਦੋਂ ਸੁੱਕਦੀ ਹੈ ਤੇ ਜਲ ਵਿੱਚ ਨਹੀਂ ਹੁੰਦਾ ਬਹੁਤ ਜ਼ਿਆਦਾ, ਫਿਰ ਬਬੀਹੇ ਪੰਛੀ ਇਸ ਪ੍ਰਕਾਰ ਰੁੱਖ ਇਹ ਸਾਰੇ ਪੁਕਾਰਾਂ ਕਰਦੇ ਆ, ਕਿਉਂਕਿ ਇਹ ਗਰਮੀ ਦੀ ਰੁੱਤ ਹੈ। ਹੁਣ ਗਰਮੀ ਦਾ ਪ੍ਰਕੋਪ ਵੱਧ ਰਿਹਾ ਜਿਵੇਂ ਇੱਥੇ ਵੀ, ਤੇ ਜਿਵੇਂ ਆਮ ਜਦੋਂ ਦਿਨ ਹੁੰਦੇ ਆ ਨਾ ਉਦੋਂ ਸਾਧ ਸੰਗਤ ਜੀ ਥੋੜਾ ਜਲ ਵੀ ਛਕੋ ਤੇ ਤਾਂ ਵੀ ਠੀਕ ਚੱਲ ਜਾਂਦਾ ਹੈ। ਪਰ ਹੁਣ ਤਾਂ ਗਰਮੀ ਇੰਨੀ ਵੱਧ ਰਹੀ ਹੈ, ਰਾਤ ਨੂੰ ਵੀ ਉੱਠ ਉੱਠ ਕੇ ਜਲ ਛਕਣਾ ਪੈਂਦਾ, ਕਿਉਂਕਿ ਸਰੀਰ ਦਾ ਜਲ ਗਰਮੀ ਸੋਖ ਦਿੰਦੀ ਹੈ, ਖਿੱਚ ਲੈਂਦੀ ਹੈ। ਤੇ ਜਿਹੜਾ ਜਲ ਨਾ ਛਕੇ, ਲਾਪਰਵਾਹੀ ਕਰੇ, ਤੇ ਫਿਰ ਇਸ ਤਰ੍ਹਾਂ ਦੀ ਹਾਲਤ ਵਿੱਚ ਸਰੀਰ ਵਿੱਚ ਰੋਗ ਉੱਠਣ ਲੱਗ ਜਾਂਦੇ ਆ, ਕਿਉਂਕਿ ਜਲ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ। ਤੇ ਉਹਨਾਂ ਕੁ ਜਲ ਜਿਹੜਾ ਹੈ
ਉਹ ਆਪਣੇ ਅੰਦਾਜ਼ੇ ਮੁਤਾਬਕ ਗਰਮੀ ਦੀ ਰੁੱਤ ਵਿੱਚ ਛਕਦੇ ਰਹਿਣਾ ਚਾਹੀਦਾ ਕਿ ਸਰੀਰ ਜਿਹੜਾ ਹੈ ਉਹ ਤੰਦਰੁਸਤ ਰਹੇ। ਤੋ ਸਾਧ ਸੰਗਤ ਜੀ, ਸਾਰੇ ਪ੍ਰਕਰਣ ਨੂੰ ਆਪ ਅੰਤਰੀਵ ਹੁਣ ਜਰਾ ਦਰਸ਼ਨ ਕਰੋ ਕਿ ਸਾਵਣ ਦਾ ਮਹੀਨਾ ਕਿਹੜਾ ਆਉਂਦਾ ਹੈ। ਜਿਹੜੀ ਗਰੀਖਮ ਰੁੱਤ ਹੈ ਨਾ, ਇਹ ਸਾਧ ਸੰਗਤ ਜੀ ਕੀ ਹੈ ਕਿ ਤਪਸ਼ ਵਾਲੀ ਰੁੱਤ ਹੈ। ਆਪਨੇ ਕੱਲ ਸੁਣਿਆ। ਤੇ ਤਪਸ਼ ਕਿਹੜੀ ਪੈਂਦੀ ਹੈ? ਵਕਾਰਾਂ ਦੀ ਤਪਸ਼ ਪੈਂਦੀ ਅੰਦਰ, ਲੂਆਂ ਚੱਲਦੀਆਂ ਨੇ ਵਾਸ਼ਨਾਵਾਂ ਦੀਆਂ। ਤੇ ਜਦੋਂ ਬਹੁਤ ਜ਼ਿਆਦਾ ਚਿੱਤ ਵਿਆਕੁਲ ਹੋ ਜਾਂਦੇ ਐ, ਦੁਖੀ ਹੋ ਜਾਂਦੇ ਐ, ਜਗਿਆਸੂਆਂ ਦਾ ਮਨ, ਜਿਹੜੇ ਜਗਿਆਸੂ ਹੁੰਦੇ ਆ ਨਾ ਸਾਧ ਸੰਗਤ ਜੀ, ਜਦੋਂ ਕਿਤੇ ਵਿਸ਼ਿਆਂ ਦੀ ਬਹੁਬਲਤਾ ਹੁੰਦੀ ਹੈ, ਪ੍ਰਮਾਣ ਆਇਆ ਸੀ ਐਂ ਤੜਫਦੇ ਆ ਜਿਵੇਂ ਮੱਛੀ ਥੋੜੇ ਜਲ ਵਿੱਚ ਤੜਫਦੀ ਹੈ। ਤੋ ਗੁਰੂ ਸਾਹਿਬ ਜੀ ਦਾ ਉਹ ਪਿਆਰ ਨਹੀਂ ਪ੍ਰਗਟ ਹੁੰਦਾ ਤੇ ਉਹ ਸੁਰਤ ਨਹੀਂ ਜੁੜਦੀ, ਆਨੰਦ ਨਹੀਂ ਆਉਂਦਾ, ਮਨ ਬਹੁਤ ਤਰਲੋ ਮੱਛੀ ਹੁੰਦਾ, ਬੜਾ ਹੀ ਤੜਫਦਾ ਹੈ। ਤੇ ਫਿਰ ਪੁਕਾਰਾਂ ਕਰਦਾ ਬਬੀਹੇ ਦੀ ਤਰ੍ਹਾਂ, ਮਹਾਰਾਜ ਕਿਤੇ ਆਪਣੀ ਮਿਹਰ ਦੀ ਬਰਖਾ ਦਾ ਮਹਾਰਾਜ ਆਗਾਜ਼ ਹੋਵੇ, ਕਿਤੇ ਸੱਚੇ ਪਾਤਸ਼ਾਹ ਆਪ ਮਹਾਰਾਜ ਆਪਣੇ ਉਪਦੇਸ਼ ਦਾ ਮੀਂਹ ਪਾਓ, ਮਹਾਰਾਜ ਸਾਡੇ ਤੇ ਕਿਰਪਾ ਹੋਵੇ। ਇਵੇਂ ਫਿਰ ਸਾਧ ਸੰਗਤ ਜੀ, ਜਿਨ੍ਹਾਂ ਦੇ ਮਨ ਬਬੀਹਿਆਂ ਦੀ ਨਿਆਈ ਪੁਕਾਰ ਕਰਦੇ ਐ, ਧਰਤੀ ਦੀ ਨਿਆਈ ਪੁਕਾਰ ਕਰਦੇ ਆ, ਕਿਉਂਕਿ ਸੁੱਕਦੀ ਹੈ ਨਾ ਧਰਤੀ ਅੰਦਰ, ਜਿਹੜਾ ਹੈ ਨਾ ਉਹ ਅਗਿਆਤ ਪਰਮੇਸ਼ਰ ਕਰਕੇ ਸੋਕਾ ਪੈ ਰਿਹਾ ਹੈ, ਭੁਲੇਖਿਆਂ ਦਾ, ਭਰਮ ਦਾ, ਸ਼ੰਕਿਆਂ ਦਾ ਕਿ ਖੌਰੇ ਮੈਨੂੰ ਮਿਲਣਾ ਹੀ ਨਹੀਂ ਪਰਮੇਸ਼ਰ, ਖਬਰੇ ਮਹਾਰਾਜ ਹੈ ਹੀ ਨਹੀਂ, ਡਾਮਾਡੋਲ ਹੋ ਜਾਂਦਾ ਹੈ ਚਿੱਤ। ਪਰ ਸਾਧ ਸੰਗਤ ਜੀ, ਜਦੋਂ ਸੱਚੇ ਦਿਲੋਂ ਅਰਦਾਸ ਕਰਦਾ ਹੈ ਨਾ ਜਗਿਆਸੂ, ਜਿਵੇਂ ਬਬੀਹਾ ਪੁਕਾਰ ਕਰਦਾ ਹੈ, ਸੱਚੇ ਦਿਲੋਂ ਜਦੋਂ ਅਰਦਾਸ ਕਰਦਾ ਹੈ ਨਾ, ਫਿਰ ਸਾਧ ਸੰਗਤ ਜੀ ਬੱਦਲ ਚੜ੍ਹ ਕੇ ਆਉਂਦੇ ਆ। ਬੱਦਲ ਕੀ ਚੜ੍ਹ ਕੇ ਆਉਂਦੇ ਆ? ਚਿਦਾਕਾਸ਼ ਅੰਤਸ਼ਕਰਨ ਆਕਾਸ਼ ਦੇ ਅੰਦਰ ਗੁਰੂ ਰੂਪੀ ਬੱਦਲ ਚੜ੍ਹ ਕੇ ਆਉਂਦੇ ਆ। ਫਿਰ ਗੁਰੂ ਰੂਪੀ ਬੱਦਲ ਜਦੋਂ ਆਉਂਦੇ ਆ ਤੇ ਫਿਰ ਸਾਧ ਸੰਗਤ ਜੀ ਉਹਦੇ ਵਿੱਚ ਕੀ ਆ? ਗੜਗੜਾਹਟ ਹੈ। ਗੜਗੜਾਹਟ ਕਾਹਦੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਦਰ ਵੀਰ ਰਸ ਰੂਪੀ ਗੜਗੜਾਹਟ ਹੈ। ਕਾਇਰਤਾ ਜੜਤਾ ਨੂੰ ਨਾਸ਼ ਕਰਨ ਰੂਪੀ ਗਰਜ ਹੈ ਗੁਰੂ ਰੂਪੀ ਬੱਦਲ ਦੇ ਅੰਦਰ। ਤੇ ਬੱਦਲ ਦੇ ਅੰਦਰ ਬਿਜਲੀ ਵੀ ਲਿਸ਼ਕਦੀ ਹੈ। ਸੱਚੇ ਪਾਤਸ਼ਾਹ ਜੀ ਦੇ ਕੋਲ ਗਿਆਨ ਦਾ ਪ੍ਰਕਾਸ਼ ਵੀ ਹੈ। ਜਦੋਂ ਗੁਰੂ ਰੂਪੀ ਬੱਦਲ ਚੜ੍ਹ ਕਰਕੇ ਆਉਂਦੇ ਹੈ, ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਆਪਣੇ ਉਪਦੇਸ਼ ਦੀ ਜਦੋਂ ਵਰਖਾ ਕਰਦੇ ਆ ਨਾ, ਜਦੋਂ ਮਹਾਰਾਜ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ, ਤੇ ਫਿਰ ਤੁਸੀਂ ਵਰਖਾ ਹੁੰਦੀ ਸੁਣਿਆ ਨਾ, ਕਿਵੇਂ ਨਾਲੀਆਂ ਗੰਦੀਆਂ ਹੁੰਦੀਆਂ, ਗਲੀਆਂ ਕਿੰਨੀਆਂ ਗੰਦੀਆਂ ਹੁੰਦੀਆਂ। ਆਪਾਂ ਤਾਂ ਨਗਰਾਂ 'ਚ ਵੇਖਦੇ ਹੀ ਆ ਕਿ ਕਿਹੋ ਜਿਹਾ ਉਹਨਾਂ ਵਿੱਚ ਗੰਦ ਦਾ ਸਾਧ ਸੰਗਤ ਜੀ ਮਾਹੌਲ ਹੁੰਦਾ ਹੈ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਦੋਂ ਮੀਂਹ ਉੱਠਦਾ ਹੈ, ਮੀਂਹੋਂ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਗੰਗਾ ਨੂੰ ਕਹਿੰਦੇ ਆ, ਦਰਿਆ ਨੂੰ ਕਹਿੰਦੇ ਆ। ਫਿਰ ਸਾਧ ਸੰਗਤ ਜੀ ਜਦੋਂ ਸੁਰਸਰੀ ਵਿੱਚ ਜਾ ਕੇ ਗੰਗਾ ਵਿੱਚ ਪੈ ਜਾਂਦਾ, ਫਿਰ ਉਹ ਗੰਦਗੀ ਜਿਹੜੀ ਹੈ ਉਹ ਗੰਦਗੀ ਨਹੀਂ ਰਹਿੰਦੀ। ਸੁਰਸਰੀ ਮਿਲਤ ਗੁਰਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਉਹ ਗਲੀਆਂ ਨਾਲਿਆਂ ਟੋਭਿਆਂ ਦਾ ਜਲ ਵੀ ਪਵਿੱਤਰ ਹੋ ਜਾਂਦਾ ਹੈ। ਤੇ ਉੱਥੇ ਫਿਰ ਹਰੀਹਰ ਖੇਤਰ ਦੇ ਉੱਤੇ ਹਰ ਹਰ ਗੰਗੇ ਕਹਿੰਦੇ ਨਹਾਉਂਦੇ ਆ, ਉਹਦੇ ਨਾਲ ਪਵਿੱਤਰ ਹੋ ਜਾਂਦਾ ਉਹ ਵੀ ਜਲ। ਸੱਚੇ ਪਾਤਸ਼ਾਹ ਨੇ ਪ੍ਰਮਾਣ ਦਿੱਤਾ ਹੈ। ਗਲੀਆਂ ਦੀ ਨਿਆਈ ਸਾਧ ਸੰਗਤ ਜੀ, ਜਿਨ੍ਹਾਂ ਦੇ ਇੰਦਰੀਆਂ ਦੇ ਅੰਦਰ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਭਰੀ ਹੋਈ ਹੈ, ਬਹੁਤ ਜ਼ਿਆਦਾ ਨੇਤਰ ਵੀ ਰੂਪ ਵੇਖ ਵੇਖ ਕੇ ਭਟਕੇ ਹੋਏ ਹੈ, ਕੰਨ ਵੀ ਨਿੰਦਾ ਚੁਗਲੀ ਸੁਣ ਸੁਣ ਕੇ ਬਹੁਤ ਜ਼ਿਆਦਾ ਮਨ ਨੂੰ ਉਚਾਟ ਕਰ ਛੱਡਿਆ ਹੈ, ਰਸਨਾ ਵੀ ਮੰਦੇ ਬੋਲ 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 ਕਰਕੇ ਬਹੁਤ ਜ਼ਿਆਦਾ ਬੇਚੈਨ ਹੋ ਚੁੱਕੀ ਹੈ। ਹਿਰਦਾ ਰੂਪੀ ਟੋਭਾ ਵੀ ਗੰਦਗੀ ਨਾਲ ਹੀ ਭਰ ਗਿਆ ਹੈ, ਬਹੁਤ ਬੁਰਾਈ ਹਾਲ ਹੋ ਗਿਆ। ਨਾਲੀਆਂ ਸਾਰੀਆਂ ਜਿਹੜੀਆਂ ਸਾਧ ਸੰਗਤ ਜੀ ਇਸ ਪ੍ਰਕਾਰ ਸਰੀਰ ਦੇ ਅੰਦਰ ਖੂਨ ਦਾ ਸੰਚਾਰ ਕਰਨ ਵਾਲੀਆਂ ਨਾੜੀਆਂ ਰੂਪ ਨਾਲੀਆਂ, ਗੰਦਾ ਹੀ ਖੂਨ ਅੰਦਰ ਸੰਚਾਰ ਹੁੰਦਾ ਹੈ। ਜਦੋਂ ਫੁਰਨਾ ਆਵੇ ਭੈੜਾ ਹੀ ਫੁਰਨਾ ਆਉਂਦਾ ਹੈ, ਮੰਦਾ ਹੀ ਸੋਚਦੇ ਹੈ, ਕਦੇ ਚੰਗਾ ਸੋਚ ਹੀ ਨਹੀਂ ਸਕਦੇ।
ਜਦੋਂ ਇਹੋ ਜੀ ਵਿਗੜੀ ਹਾਲਤ ਵੇਖੋ, ਇੱਥੋਂ ਤੱਕ ਗੰਦਗੀ ਦਾ ਸੰਚਾਰ ਹੋਇਆ ਪਿਆ ਹੈ, ਜੇ ਕਿਤੇ ਉਹ ਵੀ ਗੁਰੂ ਰੂਪੀ ਬੱਦਲ ਦੀ ਸ਼ਰਨ ਵਿੱਚ ਆ ਜਾਣ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਜਦੋਂ ਹੋਵੇ ਵਰਖਾ, ਜਿਵੇਂ ਫਿਰ ਸਾਧ ਸੰਗਤ ਜੀ ਮੀਂਹ ਸਾਰਾ ਹੀ ਉੱਠਦਾ ਤੇ ਪੈਂਦਾ ਤੇ ਸਾਰਾ ਕੁਝ ਹੀ ਕੱਖ ਕਾਂਡ ਰੋੜ ਕੇ ਲੈ ਜਾਂਦਾ ਨਾ, ਇਵੇਂ ਉਹਨਾਂ ਦੀਆਂ ਇੰਦਰੀਆਂ ਦੀ ਗੰਦਗੀ ਵੀ ਮਹਾਰਾਜ ਦੇ ਉਪਦੇਸ਼ ਨਾਲ ਸਾਧ ਸੰਗਤ ਜੀ ਸਾਰੀ ਨਿਕਲ ਜਾਂਦੀ ਹੈ। ਅੰਦਰ ਗੰਦਾ ਖੂਨ ਜਿਹੜਾ ਸੰਚਾਰ ਹੁੰਦਾ ਉਹ ਵੀ ਸੁੱਧ ਹੋ ਜਾਂਦਾ ਹੈ, ਕਿਉਂਕਿ ਹਰੀ ਦਾ ਭਾਉ ਜਿਹੜਾ ਨਾ, ਇਹ ਸਾਧ ਸੰਗਤ ਜੀ ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉ ਬੈਸੰਤਰ ਧਾਤ ਸੁੱਧ ਹੋਏ, ਇਉ ਹਰ ਕਾ ਭਾਉ ਦੁਰਮਤ ਮੈਲ ਗਵਾਏ। ਅੰਦਰ ਜਿਹੜੀ ਦੁਰਮਤ ਖੋਟੀ ਬੁੱਧੀ ਮੈਲ ਨਾਲ ਭਰੀ ਹੋਈ ਹੈ ਨਾ, ਇਉਂ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕਰਕੇ ਜਦੋਂ ਉਛਾਲਾ ਆਉਂਦਾ ਹੈ ਨਾ, ਫਿਰ ਪ੍ਰੇਮ ਦਾ ਇਹੋ ਜਿਹਾ ਆਇਆ ਹੋਇਆ ਉਛਾਲਾ, ਜਿਵੇਂ ਟੋਭੇ ਉਛਲ ਪੈਂਦੇ ਆ, ਤਲਾਬ ਉਛਲ ਪੈਂਦੇ ਆ, ਨਦੀਆਂ ਦਾ ਜਲ ਚੜ ਜਾਂਦਾ ਹੈ, ਇਵੇਂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਰੂਪੀ ਬਰਖਾ ਦੇ ਨਾਲ ਅੰਦਰ ਬੈਰਾਗ ਦਾ ਹੜ ਚੱਲ ਪੈਂਦਾ। ਫਿਰ ਇਹੋ ਜੀ ਮਹਾਰਾਜ ਦੀ ਕਿਰਪਾ ਹੁੰਦੀ ਹੈ, ਫਿਰ ਮਨ ਰੂਪੀ ਮੋਰ ਪੈਲ ਪਾ ਲੈਂਦਾ ਖੁਸ਼ੀ ਦੇ ਨਾਲ। ਸੱਚੇ ਪਾਤਸ਼ਾਹ ਰੂਪੀ ਬੱਦਲ ਦੀ ਗਰਜ ਸੁਣ ਕਰਕੇ ਮਨ ਜਿਹੜਾ ਖੁਸ਼ੀ ਨਾਲ ਸਾਧ ਸੰਗਤ ਜੀ ਉਮਗ ਉੱਠਦਾ ਹੈ, ਮਨ ਰੂਪੀ ਪਪੀਹੇ ਦੀ ਪਿਆਸ ਬੁੱਝ ਜਾਂਦੀ ਹੈ। ਇਹੋ ਜਿਹਾ ਇਹ ਸਾਵਣ ਦਾ ਮਹੀਨਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਖਾ ਰਹੇ ਹੈ। ਸਾਵਣ ਦੇ ਮਹੀਨੇ ਵਿੱਚ ਸਾਧ ਸੰਗਤ ਜੀ ਜਿਵੇਂ ਧਰਤੀ ਸਰ ਸਬਜ ਹੋ ਜਾਂਦੀ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਚਾਰ ਸਫੇਰਾ ਖਿੜਿਆ ਖਿੜਿਆ ਧੋਤਾ ਧੋਤਾ ਸਵੱਛ ਪ੍ਰਤੀਤ ਹੁੰਦਾ, ਇਵੇਂ ਜਗਿਆਸੂਆਂ ਦੇ ਅੰਦਰੋਂ ਵੀ ਸਭ ਸੰਕਲਪ ਵਿਕਲਪ ਰੁੜ ਜਾਂਦੇ ਹੈ, ਕੋਈ ਸੰਕਲਪ ਵਿਕਲਪ ਨਹੀਂ ਰਹਿੰਦਾ, ਫੁਰਨੇ ਸਭ ਨਿਕਲ ਜਾਂਦੇ ਹੈ, ਸੁਰਤੈਨ ਸੁੱਧ ਹੋ ਕੇ ਇੱਕ ਕੇਂਦਰ ਬਿੰਦੂ ਸ਼ਬਦ ਦੇ ਅੰਦਰ ਟਿਕ ਜਾਂਦੀ ਹੈ, ਤੇ ਬੈਰਾਗ ਬਣਿਆ ਹੋਇਆ ਨੀਤਰਾਂ ਰਾਹੀਂ ਨੀਰ ਵਗ ਪੈਂਦਾ ਹੈ, ਰਸਨਾ ਸਨਿਗਧ ਹੋ ਜਾਂਦੀ ਹੈ, ਕੰਨ ਸਤਿਗੁਰੂ ਜੀ ਦੇ ਸ਼ਬਦ ਨਾਲ ਗੂੰਜ ਉੱਠਦੇ ਹੈ, ਦਿਲ ਸਾਧ ਸੰਗਤ ਜੀ ਇਸ ਮਸਤੀ ਵਿੱਚ ਝੂਮ ਪੈਂਦਾ ਹੈ। ਇਹੋ ਜੀ ਅੰਦਰ ਬਰਖਾ ਦੀ ਰੁੱਤ ਲੱਗਦੀ ਹੈ ਕਿ ਉਸ ਆਨੰਦ ਨੂੰ ਤਾਂ ਫਿਰ ਉਹੋ ਹੀ ਜਾਣਦਾ ਜਿਹਨੂੰ ਇਹ ਬਰਖਾ ਦੀ ਰੁੱਤ ਲੱਗ ਗਈ ਹੈ ਅੰਦਰ, ਜਿਹਦੇ ਹਿਰਦੇ ਰੂਪੀ ਧਰਤੀ ਤੇ, ਬੁੱਧੀ ਰੂਪੀ ਧਰਤੀ ਤੇ ਗੁਰੂ ਰੂਪੀ ਬੱਦਲ ਨੇ ਬਰਖਾ ਕਰ ਦਿੱਤੀ ਹੈ ਨਾ, ਇਹ ਤਾਂ ਫਿਰ ਸਾਧ ਸੰਗਤ ਜੀ ਉਹ ਹੀ ਜਾਣਦਾ ਕਿ ਸੱਚੇ ਪਾਤਸ਼ਾਹ ਰੂਪੀ ਬੱਦਲ ਦੇ ਅੰਦਰੋਂ ਜਦੋਂ ਬਰਖਾ ਹੁੰਦੀ ਹੈ ਤੇ ਕੀ ਨਜ਼ਾਰਾ ਵੱਜਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਜਿਨ੍ਹਾਂ ਦੇ ਅੰਦਰ ਹੋਈ ਹੈ ਬਰਖਾ, ਉਹਨਾਂ ਦੀ ਅਵਸਥਾ ਮਹਾਰਾਜ ਜੀ ਦਿਖਾਉਂਦੇ ਹਨ। ਸਾਵਣ ਸਰਸੇ ਕਾਮਣੇ, ਇਹ ਸਾਵਣ ਦਾ ਮਹੀਨਾ ਸ਼ੌਂਕ ਅਵਸਥਾ ਹੈ, ਮਨ ਦੇ ਅੰਦਰ ਸ਼ੌਂਕ ਪੈਦਾ ਹੋ ਜਾਣਾ, ਵਾਹਿਗੁਰੂ ਨੂੰ ਮਿਲਣ ਵਾਸਤੇ ਤੜਪ ਪੈਦਾ ਹੋਣੀ। ਸਾਧ ਸੰਗਤ ਜੀ ਪਤੀਵਰਤਾ ਇਸਤਰੀ ਜਿਹੜੀ ਹੁੰਦੀ ਹੈ ਨਾ, ਉਹਦਾ ਪਤੀ ਘਰ ਨਾ ਹੋਵੇ ਤੇ ਸਾਵਣ ਦਾ ਮਹੀਨਾ ਸਾਧ ਸੰਗਤ ਜੀ ਉਹਨੂੰ ਸਿਖਾਉਂਦਾ ਨਹੀਂ ਹੈ। ਜਦੋਂ ਪਤੀ ਦੀ ਪ੍ਰਾਪਤੀ ਹੋਵੇ ਤੇ ਸਾਵਣ ਦਾ ਮਹੀਨਾ ਉਹਨੂੰ ਬੜਾ ਹੀ ਸੁਖਦਾਇਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਪਤੀ ਦੀ ਪ੍ਰਾਪਤੀ ਕੀ ਹੈ, ਵਾਹਿਗੁਰੂ ਦੀ ਸਾਖਿਆਤਾ। ਮਹਾਰਾਜ ਕੀ ਕਹਿੰਦੇ ਆ, ਪੂਰੀ ਪੰਕਤੀ ਪੜ੍ਹਦੇ ਹੋ। ਸਾਵਣ ਸਰਸੇ ਕਾਮਣੇ, ਚਰਨ ਕਮਲ ਸਿਉ ਪਿਆਰ। ਕੌਣ ਹਨ ਸੁਹਾਗਣੀਆਂ? ਪਤੀਵਰਤਾ ਇਸਤਰੀ ਕੌਣ ਹੈ? ਜਿਸ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਲੱਗ ਗਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨਾਲ ਜਿਹਦੀ ਪ੍ਰੀਤ ਲੱਗ ਗਈ ਹੈ ਨਾ, ਮਹਾਰਾਜ ਕਹਿੰਦੇ ਸਾਵਣ ਦੇ ਮਹੀਨੇ ਵਿੱਚ ਉਹ ਕਾਮਣੀਆਂ ਜੀਵ ਰੂਪੀ ਇਸਤਰੀਆਂ ਸਹਿਤ ਰਸ ਦੇ ਹਨ। ਸਾਵਣ ਸਰਸੀ ਕਾਮਣੀ, ਸਰਸੀ ਸਹਿਤ ਰਸ ਦੇ, ਉਹਨਾਂ ਦਾ ਜੀਵਨ ਆਨੰਦਿਤ ਹੈ, ਰਸ ਭਰਿਆ ਹੋਇਆ ਹੈ, ਬਹੁਤ ਹੀ ਸੁਖ ਹੈ, ਸਹਿਜ ਹੈ ਜੀਵਨ ਦੇ ਅੰਦਰ। ਪਤੀਵਰਤਾ ਇਸਤਰੀ ਦਾ ਕੀ ਸੁਭਾਅ ਹੁੰਦਾ ਹੈ? ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਮਰਦ ਨਹੀਂ ਜਾਣਦੀ। ਜਦੋਂ ਵੀ ਵੇਖਦੀ ਹੈ ਆਪਣੇ ਪਤੀ ਵੱਲ ਹੀ ਵੇਖਦੀ ਹੈ, ਹੋਰਨਾਂ ਮਰਦਾਂ ਵੱਲ ਉਹ ਨਹੀਂ ਝਾਕਦੀ। ਸਾਧ ਸੰਗਤ ਜੀ ਜਿਹੜਾ ਪਤੀਵਰਤਾ ਇਸਤਰੀ ਦਾ ਧਰਮ ਹੈ ਨਾ, ਇਹ ਪੂਰਨ ਗੁਰੂ ਕੇ ਸਿੱਖ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤ ਦਾ ਦ੍ਰਿਸ਼ਟਾਂਤ ਉੱਥੇ ਟਿਕਾਉਂਦੇ ਹੈ
कि जिहदा इक्को एक निश्चा अपने गुरु साहब दे उपर है, इक्को एक निश्चा निरंकार दे उपर वै। ते जेड़ा कदे साध संगत जी भैरो भूत सीतला धावै, खर बाहन ओछार उड़ावै, कदे किसे दी पूजा कदे किसे दी पूजा, ते ओनू अपने पति निरंकार दे उत्ते गुरु जी दे उपर निश्चय ही है नहीं। जिमें कोई होर गैर मर्द होवे ओदे अखां च अखां पा के नहीं झाकदियां पतिव्रत इस्त्रियां। ये गुण हुंदा पतिव्रता इस्त्री दा। पूरे गुरु जी दे सिख दा ये गुण है कि वह पूरे गुरु जी तो बिना किसी उत्ते होर टेक नहीं रखदा। एक साध संगत जी भाई तिलकू जी का जिक्र आउंदा, गढ़ शंकर दे रहन वाले। उत्थे एक जोगी सी बड़ी वड्डी लम्मी उम्र दा। उन्हें कहा भी जेड़ा मेरा दर्शन करे वो दर्शन करदे बकुंठ नूं जाऊगा, जेड़ा भी दर्शन कर ले। लोगों का तांता लग गया, सब दर्शन करन जान। लोगों ने बहुत चाह नाल दर्शन किया जोगी महाराज दा। जदों सारा गढ़ शंकर दर्शन कर हटिया ना, ये गढ़ शंकर श्री आनंदपुर साहब नूं जाइए ना, उदों साध संगत जी इधरों हुशियारपुर वल्लों राह च कस्बा आउंदा है। जदों श्री आनंदपुर साहब बिल्कुल कोई 40 किलोमीटर रह जावे, ते फिर इस जोगी ने पुछया, जेड़े सारे इहदे श्रद्धालु बन गए, प्रेमी बन गए, जिन्हां नूं कहंदा बकुंठ पहुंचा दांगा हुण, वो कहंदे कोई रहत नहीं गया भी जिहड़ा तुहाडे नगर च जिन मेरा दर्शन ना कीता होवे। ते वो कहण लगे हाँ एक रह गया पर उन नहीं करना तुहाडा दर्शन। कहंदा हद हो गई, बकुंठ पहुंचाउणा कोई छोटी गल है, जाओ इहनूं कहो जाके कि मेरा दर्शन करना आवे। वो गए, जाके कहंदे भाई तिलकू जी नूं कि चल जोगी राज दा दर्शन कर लै। वो कहण लगे मैं नहीं करना दर्शन, जाओ तुसी करो दर्शन। मैं दर्शन करदा धन गुरु अर्जन साहब जी महाराज दा, शहीदां दे सरताज सतगुरु दा जिस दर्शन कर लिया होवे, उस रसीले नैना दा जिन दर्शन कर लिया होवे, जिन्हां ने तत्ती तवी ठार दित्ती सी, उस मस्तक दा जिन दर्शन कर लिया होवे, जिन्हां दा दर्शन वेख करके प्राणी मातर नूं ठंड पै जांदी है। ऐसे गुरुदेव दा दर्शन कीता होवे जिन्हां दे श्री कंठ तो सुखमनी साहब वर्गी बाणी प्रगट होई है। ते उन्होंने साध संगत जी होर किसी जोगी दे दर्शनां दी की भुख उठ सकती है। सावण सरसी कामणी जिन्हां दे अंदर साध संगत जी शौक अवस्था है ना गुरु साहब नूं मिलण दी। सावण दे महीने विच महाराज कहंदे ओ पतिव्रता इस्त्री ओ पूर्ण गुरसिख सहित रस दे हुंदे। जोगी नूं तां ओह रस ही नहीं होना जिहड़ा भाई तिलकू जी नूं रस बनिया होया है। क्यों? चरण कमल स्यों प्यार, उहदा गुरु अर्जन साहब जी महाराज दे चरना कमलों नाल प्यार है। जिन्हां सतगुरां ने दिखा दिता है कि ब्रह्म दीसै ब्रह्म सुनिया एक एक वखाणिया। ऐसा भाई तिलकू जी का निश्चा टिकिया होया है, सहित रस दे हन। कहंदे जाओ जोगी नूं कहो मैं नहीं दर्शन करना जोगी दा। वो जोगी ने अखीर पुछया फिर कि भी मेरे दर्शन करन क्यों नहीं आउंदा। वो ते ਉਹਨੂੰ जा करके पुछदे है कि भाई तिलकू जी जोगी कहंदा है तुसी मेरा दर्शन क्यों नहीं आखिर करना चाहुंदे जदों सारे कर रहे है। भाई तिलकू जी कहंदे मैं जाना सचखंड, तुहाडा जोगी पहुंचाउंदा बकुंठ, ते मैं काहनूं थल्ले जाना, मैं नहीं जाना। इस करके जोगी ने जदों सुनिया ना ते जोगी कहंदा भी ऐसे पुरख दा ते फिर मैनूं दर्शन करना चाहिए। जोगी उठ के तुर पिया भाई तिलकू जी का दर्शन करन। ते जदों भाई तिलकू जी नूं पता लगा कि जोगी आउंदा दर्शन करन ते अगों बार अड़ा ले, कुंडा ही ला लिया, दरवाजे बंद करते। वो जोगी कहे मैं दर्शन करने, कहंदे मैं ना भाई दर्शन, मैं तेरे दर्शन नहीं करने। कहंदे मैनू दर्शन दे दे, मेरे दर्शन ना कर। पर वो कहन लगे भी तेरा दर्शन ते वेखे ही जाना है ना, फिर इस करके मैं तेरा दर्शन करना ही नहीं। कहंदा कारण की है? कहंदा अपना पहलों बचन वापस लै कि मेरे दर्शनां नाल बकुंठ पहुंच जांदा है ते मैं नहीं जाना बकुंठ। पहलों बचन वापस लै फिर तेरे नाल गल करदे। कहंदा मैं बचन वापस लिया, मेरे दर्शन करन नाल कोई बकुंठ नहीं जाएगा, मैनू दर्शन तू दे अपना। फिर भाई तिलकू जी ने जदों दरवाजा लाया ना ते जोगी चरनी पै गया। कहन लगा महाराज मैनू अपना शिष्य बना लो। भाई तिलकू जी कहन लगे भाई सिख ते मैं आप हाँ,
ਅੱਛਾ ਕਹਿਣ ਲੱਗੇ ਤੂੰ ਸਿੱਖ ਹੈ ਤੇ ਤੇਰਾ ਗੁਰੂ ਕਿਹੋ ਜਿਹਾ ਹੋਏਗਾ? ਫਿਰ ਜੇ ਤੂੰ ਸਿੱਖ ਹੈ ਐਡਾ ਸਮਰੱਥ ਤੇ ਤੇਰਾ ਗੁਰੂ ਕਿੱਡਾ ਸਮਰੱਥ ਹੋਵੇਗਾ? ਕੌਣ ਹੈ ਤੇਰੇ ਗੁਰੂ ਸਾਹਿਬ? ਤੇ ਭਾਈ ਤਿਲਕੂ ਜੀ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੇਰੇ ਗੁਰੂ ਹੈ। ਅੱਛਾ ਫਿਰ ਮੈਨੂੰ ਆਪਦੇ ਗੁਰੂ ਦਾ ਦਰਸ਼ਨ ਕਰਾ ਦੇ। ਭਾਈ ਤਿਲਕੂ ਜੀ ਕਹਿੰਦੇ ਕੋਈ ਨਹੀਂ, ਚੱਲ ਚਲਾਂਗੇ। ਫਿਰ ਅੰਮ੍ਰਿਤਸਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਜਦ ਮਹਾਰਾਜ ਜਿੱਥੇ ਸਰੋਵਰ ਦੀ ਕਾਰ ਕਰਾ ਰਹੇ ਆ ਸਾਧ ਸੰਗਤ ਜੀ, 68 ਥੜਾ ਸਾਹਿਬ ਵਾਲੇ ਅਸਥਾਨ ਤੇ ਸਤਿਗੁਰੂ ਜੀ ਸਜੇ ਹੋਏ ਸਨ ਗਰੀਬ ਨਵਾਜ। ਰਸਤੇ 'ਚ ਤੁਰੇ ਆਉਂਦੇ ਹੋਏ ਇਸ ਜੋਗੀ ਰਾਜ ਨੇ ਪੁੱਛਿਆ ਭਾਈ ਤਿਲਕੂ ਨੂੰ ਕਿ ਗੱਲਾਂ ਕਰਦਾ ਆਉਂਦਾ ਨਾ ਕਿ ਤੇਰੇ ਗੁਰੂ ਜੀ ਦੀ ਉਮਰ ਕਿੰਨੀ ਹੈ? ਤੇ ਭਾਈ ਤਿਲਕੂ ਜੀ ਕਹਿੰਦੇ 25 ਕੁ ਸਾਲ। ਜਦੋਂ ਦੱਸਿਆ ਨਾ ਗੁਰੂ ਅਰਜਨ ਸਾਹਿਬ ਦੀ ਉਮਰ, ਕਹਿਣ ਲੱਗਾ ਓਹੋ ਉੱਥੇ ਹੀ ਪੁੱਛ ਲੈਂਦੇ ਤੇ ਚੰਗਾ ਸੀ, ਕਿਉਂਕਿ ਇਹਦੀ ਉਮਰ 100 ਸਾਲ ਤੋਂ ਉੱਤੇ ਸੀ। ਕਹਿੰਦਾ ਏਡੀ ਛੋਟੀ ਜੀ ਉਮਰ ਤੇ ਛੋਟੀ ਅਵਸਥਾ 'ਚ ਉਹਨਾਂ ਨੂੰ ਕੀ ਗਿਆਨ ਹੋਣਾ? ਐਵੇਂ ਤੂੰ ਵੀ ਕਾਹਲਾ ਪੈ ਕੇ ਚੱਲ ਪਿਆ ਬੜੀ ਛੇਤੀ, ਨਾਲ ਹੀ ਮਨਾ। ਤੇ ਕਹਿੰਦਾ ਅੱਛਾ ਚਲੋ ਚੱਲ ਪਿਆ, ਹੁਣ ਚਲੇ ਹੀ ਚੱਲਦੇ ਆ। ਫਿਰ ਹੁਣ ਰਾਹ ਚੋਂ ਕੀ ਮੁੜਨਾ? ਜਦੋਂ ਅੱਗੇ ਆਏ ਤੇ ਗੁਰੂ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਕਹਿੰਦੇ ਸਿੱਖੋ ਕਨਾਤ ਕਰਦੇ ਹੋ, ਇੱਕ ਜੋਗੀ ਆਉਂਦਾ ਉਹਨੂੰ ਦਰਸ਼ਨ ਨਹੀਂ ਅਸਾਂ ਦੇਣਾ। ਭਾਈ ਤਿਲਕੂ ਲਈ ਆਉਂਦਾ ਨਾਲ। ਮਹਾਰਾਜ ਅੱਗੇ ਕਨਾਤ ਕਰਾਤੀ ਸੱਚੇ ਪਾਤਸ਼ਾਹ ਨੇ। ਤੇ ਜਦੋਂ ਆ ਕੇ ਨਮਸਕਾਰ ਕੀਤੀ, ਜੋਗੀ ਪੁੱਛਦਾ ਕਿ ਕੀ ਗੱਲ ਹੈ, ਪੜਦਾ ਅੱਗੇ ਤਾਂ ਦਰਸ਼ਨ ਨਹੀਂ ਹੁੰਦੇ। ਭਾਈ ਤਿਲਕੂ ਜੀ ਕਹਿੰਦੇ ਤੇਰੇ ਭਾਗ ਹੀ ਅੱਗੇ ਤੇ ਕਦੇ ਵੇਖਿਆ ਨਹੀਂ ਪੜਦਾ, ਤੇ ਹੁਣ ਤੇਰੇ ਕੋਈ ਮਨ ਦਾ ਫੁਰਨਾ ਹੋਣਾ ਕਿ ਤੂੰ ਪੜਦਾ ਹੀ ਕਰਾ ਛੱਡਿਆ, ਅੱਗੇ ਮੈਨੂੰ ਵੀ ਦਰਸ਼ਨ ਨਹੀਂ ਹੋ ਰਹੇ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋਗੀ ਦਾ ਫੁਰਨਾ ਜਾਣ ਕੇ ਕਹਿਣ ਲੱਗੇ ਜੋਗੀ ਇਸ ਪੁਰਾਣੇ ਕੱਪੜੇ ਦਾ ਹੰਕਾਰ ਕਰੀ ਜਾਂਦਾ, ਜੀਰਣ ਸਰੀਰ ਦਾ, ਬਿਰਧ ਸਰੀਰ ਚੱਕੀ ਫਿਰਦਾ, ਇਹਦਾ ਮਾਣ ਕਰਦਾ। 7 ਸਾਲ ਦੀ ਉਮਰ ਵਿੱਚ ਇਹਦਾ ਕੰਨ ਸਾਧ ਸੰਗਤ ਜੀ ਮੱਛ ਨੇ ਖਾ ਲਿਆ ਸੀ। 7 ਸਾਲ ਦਾ ਸੀ ਉਦੋਂ ਇਹ, ਤੇ ਮੱਛ ਨੇ ਖਾ ਲਿਆ ਸੀ। ਹਜੂਰ ਨੇ ਕਨਾਤ ਦੇ ਵਿੱਚ ਦੀ ਕੰਨ ਇਹਦੇ ਕੱਢ ਕੇ ਹਥੇਲੀ 'ਚ ਰੱਖਿਆ। ਮਹਾਰਾਜ ਕਹਿੰਦੇ ਪਛਾਣ ਤੇਰਾ ਹੀ ਕੰਨ ਹੈ। ਮੁੰਦਰ ਸਮੇਤ ਕੰਨ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਤਾਂ 7 ਸਾਲ ਦੀ ਉਮਰ ਵਿੱਚ ਮੱਛ ਨੇ ਖਾਧਾ ਸੀ। ਸਤਿਗੁਰੂ ਕਹਿੰਦੇ ਨੇ ਤੂੰ ਸਰੀਰ ਦੇ ਕੱਪੜੇ ਦਾ ਮਾਣ ਕਰੀ ਜਾਂਦਾ, ਅਸੀਂ ਚੋਲਾ ਨਵਾਂ ਪਾਇਆ ਜਰਾ ਸਰੀਰ ਦਾ। ਜੋਗੀ ਨੇ ਤੇ ਸਮੇਂ ਤਰਲਾ ਲਿਆ, ਮਹਾਰਾਜ ਮੈਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਜੋਗੀ ਦਾ ਮਾਣ ਗਵਾਇਆ। ਹਜੂਰ ਨੇ ਉਸ ਨੂੰ ਨਿਰੰਕਾਰ ਦੇ ਪ੍ਰੀਤ ਦਾ ਰਾਹ ਦੱਸਿਆ। ਵੇਖ ਲੋ ਗੁਰੂ ਕੇ ਸਿੱਖ ਦੀ ਕਮਾਈ, ਸਾਰੀ ਦੁਨੀਆ ਉਲਟ ਪਈ ਕਿ ਜੋਗੀ ਦਾ ਦਰਸ਼ਨ ਕਰਨ ਬੈਕੁੰਠ ਜਾਈਏ। ਆ ਸਾਧ ਸੰਗਤ ਜੀ ਕੋਈ ਝੂਠ ਗੱਲ ਹੁੰਦੀ ਵੀ ਨਹੀਂ ਜੀ। ਫਲਾਣੇ ਥਾਂ ਤੇ ਮੂਰਤੀਆਂ ਦੁੱਧ ਪੀਂਦੀਆਂ, ਫਲਾਣੇ ਥਾਂ ਤੇ ਆ ਹੋ ਗਿਆ ਉਹ ਹੋ ਗਿਆ, ਮਾਰ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਆ, ਭੇਡ ਚਾਲ ਲੋਕ ਮਗਰੇ ਤੁਰੇ ਫਿਰਦੇ ਆ। ਪਰ ਜਿਨ੍ਹਾਂ ਦਾ ਹਿਰਦਾ ਪ੍ਰੇਮ ਰਸ ਦੇ ਸਹਿਤ ਹੈ ਨਾ, ਉਹ ਭੇਡ ਚਾਲ ਨਹੀਂ ਕਰਦੇ, ਉਹ ਸਤਿਗੁਰੂ ਜੀ ਦੇ ਪਿਆਰ ਵਿੱਚ ਸਨਿਗਧ ਹੋਏ ਹਿਰਦੇ ਹਨ। ਮਹਾਰਾਜ ਕਹਿੰਦੇ ਚਰਨ ਕਮਲ ਸਿਓ ਪਿਆਰ, ਜਿਨ੍ਹਾਂ ਦਾ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ ਨਾ ਸਾਧ ਸੰਗਤ ਜੀ, ਉਹ ਕਿਸੇ ਹੋਰ ਤੋਂ ਕੁਝ ਨਹੀਂ ਭਾਲਦੇ। ਜਿਵੇਂ ਪਤੀਵਰਤਾ ਇਸਤਰੀ ਕੇਵਲ ਆਪਣੇ ਪਤੀ ਦੇ ਉੱਤੇ ਸ਼ਰਧਾ ਰੱਖਦੀ ਹੈ, ਆਪਣੇ ਪਤੀ ਨੂੰ ਮਰਦ ਜਾਣਦੀ ਹੈ, ਪੂਰੇ ਗੁਰੂ ਜੀ ਦਾ ਪੂਰਾ ਸਿੱਖ ਸਾਧ ਸੰਗਤ ਜੀ ਕਦੇ ਕਿਸੇ ਅਧੂਰੇ ਦੇ ਵੱਲ ਨਹੀਂ ਝਾਕਦਾ। ਪੂਰੇ ਗੁਰੂ ਜੀ ਤੋਂ ਹੀ ਜੋ ਮੰਗਣਾ ਹੈ ਪੂਰੇ ਸਤਿਗੁਰਾਂ ਤੋਂ ਹੀ ਮੰਗਦਾ ਹੈ, ਆਪਣੇ ਸਤਿਗੁਰਾਂ ਜੀ ਦਾ ਦਰ ਨਹੀਂ ਛੱਡਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਵਣ ਸਰਸੀ ਕਾਮਣੀ, ਸਾਵਣ ਦੇ ਮਹੀਨੇ ਵਿੱਚ ਉਹਨਾਂ ਜਗਿਆਸੂਆਂ ਦਾ ਮਹਾਰਾਜ ਜੀ ਕਹਿੰਦੇ ਜੀਵ ਰੂਪੀ ਇਸਤਰੀਆਂ ਦੇ ਹਿਰਦਾ ਸਹਿਤ ਰਸ ਦੇ ਹੁੰਦਾ ਹੈ। ਚਰਨ ਕਮਲ ਸਿਓ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ, ਕਿਉਂਕਿ ਮਹਾਰਾਜ ਆਖਿਆ ਕਿ ਚਿੱਤ ਚਰਨ ਨਾਮ ਦੇ ਵਿੱਚ ਜਿਨ੍ਹਾਂ ਦਾ ਸਾਧ ਸੰਗਤ ਜੀ ਪਿਆਰ ਲੱਗ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਭਾਈਓ ਹਿਰਦੇ ਸਹਿਤ ਰਸ ਦੇ ਹੁੰਦੇ ਹੈ। ਸਤਿਗੁਰੂ ਜੀ ਦੇ ਚਰਨਾਂ ਦੀ ਬਾਬਤ ਸਾਧ ਸੰਗਤ ਜੀ ਮਹਾਰਾਜ ਦੇ ਪ੍ਰਤੱਖ ਸਰਗੁਣ ਰੂਪ ਵਿੱਚ ਚਰਨ ਨੇ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਰੂਪੀ ਚਰਨ ਬਖਸ਼ਿਸ਼ ਕੀਤੇ ਹੈ। ਕਹਿੰਦੇ ਹੈ ਜੇ ਚੱਚਾ ਰਾਰਾ ਨੰਨਾ ਚਰਨ ਲਿਖੇ ਹੋਏ, ਜਿਵੇਂ ਕਹਿੰਦੇ ਹੈ ਗੁਰੂ ਸਾਹਿਬ ਜੀ ਦੇ ਭਾਈ ਚਰਨ ਗੁਰ ਕੇ ਚਰਨ ਧੋਏ ਪੀਵਾਂ, ਤੇ ਇਹ ਅੱਖਰਾਂ ਨੂੰ ਤੇ ਧੋਵਾਂਗੇ ਤੇ ਖਰ ਜਾਣਗੇ। ਸਾਧ ਸੰਗਤ ਜੀ ਜਿਹੜੇ ਅਮੋਲਕ ਚੀਜ਼ ਹੁੰਦੀ ਹੈ ਉਹਨੂੰ ਜਿਹੜਾ ਹੈ ਛਕਣ ਦਾ ਤਰੀਕਾ ਵੀ ਅਮੋਲਕ ਹੁੰਦਾ ਹੈ। ਜਿਹੜਾ ਹੈ ਸ਼ਰਧਾ ਰੂਪੀ ਹੱਥਾਂ ਵਿੱਚ ਲੈ ਕਰਕੇ ਪ੍ਰੇਮ ਰੂਪੀ ਪਾਣੀ ਪਾ ਕਰਕੇ
ਸਾਧ ਸੰਗਤ ਜੀ ਇਉਂ ਛਕੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਨਾਮ ਨੂੰ ਜਪਣਾ, ਇਹੋ ਸਤਿਗੁਰਾਂ ਜੀ ਦੇ ਚਰਨ ਹਨ, ਜਿਨ੍ਹਾਂ ਦਾ ਚਰਨਾਂ ਕਮਲਾਂ ਨਾਲ ਮਹਾਰਾਜ ਦੇ ਨਾਮ ਨਾਲ ਪਿਆਰ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਧਰਤੀ ਜਲ ਨਾਲ ਸਹਿਤ ਰਸ ਦੇ ਹੋ ਜਾਂਦੀ ਹੈ, ਇਉਂ ਗੁਰੂ ਰੂਪੀ ਬੱਦਲ ਵਿੱਚੋਂ ਉਪਦੇਸ਼ ਰੂਪੀ ਬਰਖਾ ਦੇ ਨਾਲ ਉਹਨਾਂ ਦੇ ਹਿਰਦੇ ਸਹਿਤ ਰਸ ਦੇ ਹੋ ਜਾਂਦੇ ਹਨ। ਮਨ ਤਨ ਰਤਾ ਸੱਚ ਰੰਗ, ਫਿਰ ਉਹਨਾਂ ਦਾ ਮਨ ਵੀ ਅਤੇ ਤਨ ਸਰੀਰ ਵੀ ਸਾਧ ਸੰਗਤ ਜੀ ਪਿਆਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਮਜੀਠੀ ਰੰਗ ਚੜ ਜਾਂਦਾ, ਚੂਹ ਚੂਹਾ ਰੰਗ ਚੜ ਜਾਂਦਾ। ਫਿਰ ਇਹੋ ਜੀ ਅੰਦਰ ਸਾਉਣ ਦੀ ਰੁੱਤ ਆਉਂਦੀ ਹੈ, ਫਿਰ ਕਦੇ ਜੇਠ ਤੇ ਹਾੜ ਦੀ ਗਰਮੀ ਪੈਂਦੀ ਨਹੀਂ, ਭਾਵ ਨਾਸਤਕ ਪੁਣੇ ਦੀ ਗਰਮੀ ਨਹੀਂ ਪੈਂਦੀ। ਫਿਰ ਵਿਸ਼ਿਆਂ ਬੁਕਾਰਾਂ ਦਾ ਸੇਕ ਬੀਤ ਹੀ ਜਾਂਦਾ ਹੈ, ਉਹ ਸਦਾ ਹੀ ਫਿਰ ਬਰਖਾ ਦੀ ਰੁੱਤ ਲੱਗੀ ਰਹਿੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਨ ਵੀ ਪਿਆਰ ਨਾਲ ਉਛਾਲੇ ਮਾਰਦਾ ਹੈ ਤੇ ਤਨ ਇੰਦਰੀਆਂ ਵੀ ਸਾਰੀਆਂ ਪਿਆਰ ਨਾਲ ਲਵਾਲਵ ਭਰ ਜਾਂਦੀਆਂ ਹਨ। ਏਕੋ ਨਾਮ ਆਧਾਰ, ਇੱਕ ਨਾਮ ਦਾ ਹੀ ਆਧਾਰ ਹੈ। ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਹੀ ਸਾਧ ਸੰਗਤ ਜੀ ਰਹਿੰਦੇ ਐ। ਰੋਟੀ ਪਾਣੀ ਇਹ ਦੇਹੀ ਦੇ ਚਲਾਉਣ ਦਾ ਧਰਮ ਕਰਕੇ ਸਾਧ ਸੰਗਤ ਜੀ ਛਕ ਲੈਂਦੇ ਆ ਥੋੜਾ, ਪਰ ਉਹਨਾਂ ਦਾ ਥੋੜਾ ਹੀ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਹ ਗੁਰਮਤਿ ਵਾਲਾ ਸੁਭਾਅ ਪਾ ਲੈਂਦੇ ਆ। ਮਹਾਰਾਜ ਜੀ ਦੇ ਨਾਮ ਦੇ ਆਸਰੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਰਹਿੰਦੇ ਹਨ। ਵਿਖਿਆ ਰੰਗ ਕੁੜਾਵਿਆ, ਜਿਹੜਾ ਵਿਸ਼ਿਆਂ ਦਾ ਰੰਗ ਹੈ ਨਾ, ਮਹਾਰਾਜ ਕਹਿੰਦੇ ਭਾਈ ਇਹ ਕੁੜਾਵਿਆ ਝੂਠਾ ਹੈ। ਜਿਵੇਂ ਕੁਸੁੰਬਾ ਰੰਗ ਹੁੰਦਾ ਹੈ ਨਾ, ਬੜਾ ਚਮਕਦਾ ਹੈ, ਪਰ ਜਦੋਂ ਪਾਣੀ ਪਾਓ ਤੇ ਉਸੇ ਵੇਲੇ ਡੱਬ ਖੜੱਬਾ ਜਿਹਾ ਕੱਪੜਾ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਵਿਸ਼ਿਆਂ ਦਾ ਰੰਗ ਵੇਖਣ ਨੂੰ ਤਾਂ ਸੋਚਦਾ ਜੀਵ ਬੜਾ ਸੁੱਖ ਹੈ, ਬੜਾ ਆਨੰਦ ਹੈ, ਪਰ ਜਦੋਂ ਰੋਗ ਰੂਪੀ ਪਾਣੀ ਪੈਂਦਾ ਹੈ ਨਾ, ਕਿਉਂਕਿ ਭੋਗੰ ਤਾਂ ਰੋਗੰ, ਜੇ ਭੋਗ ਭੋਗਣੇ ਨਾ ਵਿਸ਼ਿਆਂ ਦੇ ਤੇ ਰੋਗ ਵੀ ਓਡੇ ਵੱਡੇ ਚਿੰਬੜਨੇ ਆ। ਤੇ ਜਦੋਂ ਰੋਗ ਚਿੰਬੜਦੇ ਆ, ਰੋਗ ਰੂਪੀ ਪਾਣੀ ਪੈਂਦਾ ਤੇ ਫਿਰ ਸਾਧ ਸੰਗਤ ਜੀ ਇਹ ਸਰੀਰ ਝਾਟੀ ਡੱਬ ਖੜੱਬੇ ਜੇ ਹੋ ਜਾਂਦੇ ਆ। ਤੇ ਉਹ ਰੋਗ ਨਾਲ ਇਹੋ ਜਿਹਾ ਦੇਹੀ ਰੂਪੀ ਕੱਪੜਾ ਜੀਰਨ ਹੁੰਦਾ ਕਿ ਤੁਰਨੋਂ ਅਸਮਰੱਥ ਹੋ ਜਾਂਦਾ ਹੈ। ਇਹ ਜੀਵ ਸੋਚਦਾ ਹੈ ਕਿ ਮੈਂ ਵਿਸ਼ੇ ਭੋਗਦਾ ਹਾਂ, ਅਸਲ ਵਿੱਚ ਸਾਧ ਸੰਗਤ ਜੀ ਵਿਸ਼ੇ ਜੀਵ ਨੂੰ ਭੋਗ ਲੈਂਦੇ ਆ। ਜਿਹੜੀ ਵਾਸ਼ਨਾ ਨਾ ਇਹ ਹੀ ਜੀਵ ਨੂੰ ਭੋਗ ਲੈਂਦੀ ਹੈ। ਸਮੇਂ ਤੋਂ ਪਹਿਲਾਂ ਕੇਸ ਚਿੱਟੇ ਹੋ ਜਾਂਦੇ ਆ। ਕੀ ਹੈ 30-35 ਸਾਲ ਦੀ ਉਮਰ ਵਿੱਚ, 25 ਸਾਲ ਦੀ ਉਮਰ ਵਿੱਚ ਵੇਖੋ ਬਜ਼ੁਰਗ ਭਰ ਜਵਾਨੀ ਦੀ ਉਮਰ ਹੁੰਦੀ ਹੈ, ਤੇ 25-30 ਸਾਲ ਦੀ ਉਮਰ ਵਿੱਚ ਅੱਜ ਕੱਲ ਕੇਸ ਚਿੱਟੇ ਹੋ ਰਹੇ ਆ। ਤੇ ਫਿਰ ਸਾਧ ਸੰਗਤ ਜੀ 30 ਸਾਲ ਤੱਕ ਹੀ ਐਨਕਾਂ ਲੱਗ ਜਾਂਦੀਆਂ, ਦੰਦ ਉਖੜ ਜਾਂਦੇ ਆ, ਪੈਰ ਚੱਲਣੋਂ ਅਸਮਰੱਥ ਹੋ ਜਾਂਦੇ ਆ। ਜਦੋਂ ਕਿ 60-65 ਸਾਲ ਦੀ ਉਮਰ ਵਿੱਚ ਜਾ ਕਰਕੇ ਅਵਸਥਾ ਆਉਂਦੀ ਹੈ, ਪਰ ਵਿਸ਼ਿਆਂ ਦੇ ਭੋਗਣੇ ਕਰਕੇ ਵਿਖਿਆ ਰੰਗ ਕੂੜਾ ਆਵਿਆ, ਉਦੋਂ ਪਤਾ ਲੱਗਦਾ ਹੈ ਵੀ ਤੇ ਕੂੜਾ ਝੂਠਾ ਹੀ, ਜਿਹਦੇ ਵਿੱਚ ਸਾਰਾ ਸਰੀਰ ਹੀ ਜਿਹੜਾ ਸਤਿਆਨਾਸ਼ ਹੋ ਗਿਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਗਾਲਣਾ ਹੀ ਹੈ ਸਰੀਰ ਨੂੰ। ਫਿਰ ਇਸ ਤਰ੍ਹਾਂ ਦੀ ਹਾਲਤ ਹੈ। ਇਹ ਜਿਹੜਾ ਇਹੋ ਜਿਹਾ ਕੂੜਾਵਿਆ ਝੂਠਾ ਹੈ, ਸਾਧ ਸੰਗਤ ਜੀ ਜਪੀਆਂ ਦਾ ਜਪ ਨਾਸ਼ ਕਰ ਦਿੰਦਾ ਹੈ। ਵਿਸ਼ਿਆਂ ਦਾ ਜਿਹੜਾ ਆਨੰਦ ਹੈ ਨਾ, ਕਾਮ ਦਾ ਭੋਗਣਾ, ਤਪੀਆਂ ਦਾ ਤਪ ਨਾਸ਼ ਕਰ ਦਿੰਦਾ ਹੈ। ਸੀਲਵੰਤਾਂ ਦਾ ਸੁਭਾਅ ਜਿਹੜਾ ਹੈ ਨਾ, ਨਿਮਰਤਾ ਉਹਨਾਂ ਕੋਲੋਂ ਕਿਤੇ ਹੀ ਚਲੀ ਜਾਂਦੀ ਹੈ। ਤੇ ਸਾਧ ਸੰਗਤ ਜੀ ਸਭ ਜਪ ਤਪ ਉਹਨਾਂ ਦੇ ਨਸ਼ਟ ਹੋ ਜਾਂਦੇ ਹੈ। ਜਿਵੇਂ ਵਿਸ਼ਵਾਮਿੱਤਰ 10,000 ਵਰੇ ਦਾ ਤਪ ਗਵਾ ਬੈਠਾ ਸੀ ਜਦੋਂ ਅਪਸਰਾ ਦੇ ਉੱਤੇ ਮੋਹਿਤ ਹੋ ਗਿਆ ਸੀਗਾ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਝੂਠਾ ਹੀ ਹੈ ਵਿਸ਼ਿਆਂ ਦਾ ਸਵਾਦ ਤੇ ਰਸ। ਦਿਸਨ ਸਭੇ ਛਾਰ, ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭੋਗਿਆ ਜਾਂ ਜਿਹੜੇ ਭੋਗ ਰਹੇ ਆ, ਸਾਹਮਣੇ ਮਹਾਰਾਜ ਕਹਿੰਦੇ ਸਵਾਹ ਹੁੰਦੇ ਦਿਸ ਰਹੇ ਆ, ਮਿੱਟੀ ਵਿੱਚ ਹੀ ਰਲਦੇ ਜਾ ਰਹੇ ਆ, ਖਤਮ ਹੁੰਦੇ ਜਾ ਰਹੇ ਆ, ਸਮਾਪਤ ਹੁੰਦੇ ਜਾ ਰਹੇ ਆ। ਤੇ ਜੀਵ ਤੂੰ ਉਸੇ ਹੀ ਦਲਦਲ ਵਿੱਚ ਪਿਆ ਹੋਇਆ ਬੜੀਆਂ ਮੌਜਾਂ ਮਾਣ ਰਿਹਾ ਹੈ। ਜਿਵੇਂ ਕੋਈ ਸਾਧ ਸੰਗਤ ਜੀ ਜਿਸ ਪੇੜ ਦੀ ਟਾਹਣੀ ਤੇ ਬੈਠਾ ਹੋਵੇ ਨਾ, ਉਸੇ ਨੂੰ ਹੀ ਕੱਟ ਰਿਹਾ ਹੋਵੇ ਤੇ ਬੜਾ ਖਾਏ ਖਾਏ ਮੁਸਕਾ ਰਿਹਾ, ਫਿਰ ਬੜਾ ਖੁਸ਼ ਹੋ ਰਿਹਾ ਹੋਵੇ, ਬੜਾ ਆਨੰਦ ਮਾਣ। ਜੀਵ ਦੀ ਇਹ ਹਾਲਤ ਹੈ। ਇਹ ਵਿਸ਼ਿਆਂ ਵਕਾਰਾਂ ਦੇ ਰਸਾਂ ਨੂੰ ਭੋਗਦਾ ਹੋਇਆ, ਇਹਨੂੰ ਇਹ ਪਤਾ ਹੀ ਨਹੀਂ ਉਮਰਾ ਰੂਪੀ ਟਹਿਣੀ ਵੀ ਜਿਹੜੀ ਆ ਕਾਲ ਦੀ ਆਰੀ ਨਾਲ ਕੱਟੀ ਜਾ ਰਹੀ ਹੈ, ਦਿਨ ਰਾਤ ਉਮਰ ਮੁੱਕ ਰਹੀ ਹੈ, ਇਹਨੂੰ ਪਤਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਭਾਈ ਦਿਸਣ ਸਭੇ ਛਾਰ, ਸਾਰੇ ਹੀ ਸ਼ਵਾਹ ਹੋਏ ਜਿਹੜੇ ਆ ਉਹ ਵੇਖੇ ਗਏ ਆ। ਇਹੋ ਜੀ ਹਾਲਤ ਹੈ।
ਉਹ ਜੈਮਨ ਮੁਨੀ ਜਿਹੜਾ ਸੀ ਨਾ ਸਾਧ ਸੰਗਤ ਜੀ, ਬਿਆਸ ਜੀ ਦਾ ਇਹ ਸ਼ਿਸ਼ ਸੀਗਾ। ਬਿਆਸ ਜੀ ਤੋਂ ਪੜ੍ਹਿਆ ਸੀ ਜੈਮਨ ਮੁਨੀ, ਤੇ ਪੂਰਨ ਮੀਮਾਂਸਾ ਸ਼ਾਸਤਰ ਲਿਖਿਆ ਇਸਨੇ, ਇਹ ਜਿਹੜਾ ਜੈਮਨ ਮੁਨੀ। ਤੇ ਬਿਆਸ ਜੀ ਪੜ੍ਹਾ ਰਹੇ ਸੀ, ਕਹਿੰਦੇ ਕਿ ਜਿਹੜਾ ਕਾਮ ਹੈ ਨਾ, ਇਹਦੇ ਤੋਂ ਸਾਵਧਾਨ ਰਹਿਣਾ ਚਾਹੀਦਾ, ਸਦਾ ਆਪਣੇ ਮਨ ਨੂੰ ਪਹਿਰਾ ਰੱਖਣਾ ਚਾਹੀਦਾ। ਜੈਮਨ ਮੁਨੀ ਹੱਸ ਕੇ ਕਹਿੰਦਾ, ਮਹਾਰਾਜ ਗਿਆਨਵਾਨ ਨੂੰ ਕੀ ਡਲਾ ਸਕਦਾ ਹੈ ਕਾਮ। ਬਿਆਸ ਜੀ ਕਹਿੰਦੇ, ਜੈਮਨ ਮੁਨੀ ਇਹ ਵੱਡੇ ਵੱਡਿਆਂ ਦਾ ਗਿਆਨ ਜਿਹੜਾ ਹੈ ਨਾ ਉਹਨੂੰ ਸਿਥਲ ਕਰ ਦਿੰਦਾ ਏ। ਕਹਿੰਦਾ ਮਹਾਰਾਜ ਜਦੋਂ ਗਿਆਨ ਅਰੂੜ ਹੀ ਹੋ ਗਏ ਤੇ ਫਿਰ ਕੀ ਇਸ ਕਾਮ ਨੇ ਢਾ ਲੈਣਾ ਭਲਾ। ਕਹਿੰਦੇ ਅੱਛਾ ਚੰਗਾ ਵੇਖਾਂਗੇ, ਕਿੰਨਾ ਕੁ ਭਲਾ ਵੇਖੀਏ ਦਾ ਗਿਆਨ ਸਥਿਤ ਹੈਗਾ। ਤੇ ਉਹ ਜ਼ਿਕਰ ਆਉਂਦਾ ਸਾਧ ਸੰਗਤ ਜੀ, ਜਿੱਥੇ ਜੈਮਨ ਮੁਨੀ ਮੱਠ ਵਿੱਚ ਤਪ ਕਰਦਾ ਸੀ ਨਾ, ਤੇ ਬਿਆਸ ਜੀ ਨੇ ਆਪਦੀ ਸ਼ਕਤੀ ਨਾਲ ਇੱਕ ਜੰਜ ਬਣਾਤੀ, ਤੇ ਉਥੇ ਸ਼ਕਤੀ ਨਾਲ ਸ਼ੇਰ ਕੱਢਤਾ। ਸ਼ੇਰ ਦਹਾੜਦਾ ਵੇਖ ਕੇ ਸਭ ਦੌੜ ਗਏ, ਤੇ ਉਹ ਨੌਜਵਾਨ ਇਸਤਰੀ ਦਾ ਰੂਪ ਧਾਰਿਆ ਹੋਇਆ ਆਪ ਬਿਆਸ ਜੀ ਨੇ, ਬੜਾ ਰੂਪ ਵਟਾਇਆ ਹੋਇਆ, ਬੜਾ ਸੁੰਦਰ ਸਰੂਪ ਹੈ ਉਹਦਾ, ਛਬੀਲੇ ਨੈਣ ਆ ਉਹਦੇ, ਐਸੀ ਸੁੰਦਰਤਾ ਕਿ ਦੇਵਤੇ ਵੇਖ ਕੇ ਦੰਗ ਰਹਿ ਜਾਣ। ਜਿਸ ਵਕਤ ਉਹ ਚੱਲਦੀ ਹੋਈ ਜੈਮਨ ਮੁਨੀ ਦੀ ਕੁਟੀਆ ਕੋਲ ਆ ਗਈ, ਕਹਿਣ ਲੱਗੀ ਮਹਾਰਾਜ ਬੜੀ ਦੁਖੀ ਆ, ਸ਼ੇਰ ਨਿਕਲਿਆ, ਸਾਰੀ ਬਰਾਤ ਭੱਜ ਗਈ ਹੈ, ਲਾੜਾ ਵੀ ਭੱਜ ਗਿਆ ਮਹਾਰਾਜ, ਹੁਣ ਰਾਤ ਪੈਣ ਵਾਲੀ ਹੈ, ਮੈਂ ਕਿੱਥੇ ਜਾਵਾਂ। ਉਹ ਕਹਿਣ ਲੱਗੇ ਨਾ ਭਾਈ ਮੈਂ ਤਾਂ ਤੈਨੂੰ ਨਹੀਂ ਰੱਖ ਸਕਦਾ। ਜੈਮਨ ਮੁਨੀ ਕਹਿੰਦਾ ਜਾ ਜਿੱਧਰ ਮਰਜੀ ਜਾ। ਉਹ ਕਹਿਣ ਲੱਗੀ ਮਹਾਰਾਜ ਵੇਖੋ ਅਵਲਾ ਹਾਂ, ਤਰਸ ਕਰੋ, ਤੁਸੀਂ ਕੋਈ ਰਿਖੀ ਹੋ ਤੁਸੀਂ। ਕਹਿਣ ਲੱਗੇ ਅੱਛਾ ਜੇ ਬਾਹਲਾ। ਫਿਰ ਉਹਨੇ ਜਦੋਂ ਜ਼ੋਰ ਪਾਇਆ, ਕਹਿਣ ਲੱਗੇ ਆ ਮੱਠ ਹੈ ਇਹਦੇ ਚ ਤੂੰ ਫਿਰ ਵੜ ਜਾ, ਤੇ ਐਂ ਕਰੀ ਜੇ ਮੈਂ ਵੀ ਕਵਾਂ ਤੇ ਤੂੰ ਆ ਜਿਹੜਾ ਪੱਥਰ ਵਾ ਨਾ ਦਰਵਾਜ਼ਾ ਇਹ ਨਾ ਖੋਲੀ। ਕਹਿਣ ਲੱਗੀ ਚੰਗਾ ਮਹਾਰਾਜ। ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ, ਹੁਣ ਉਹਨੂੰ ਫੁਰਨਾ ਅੰਦਰ ਕੇ ਅੰਦਰ ਨੌਜਵਾਨ ਇਸਤਰੀ ਹੈ ਮੱਠ ਦੇ ਅੰਦਰ, ਜੰਗਲ ਦੇ ਵਿੱਚ ਮੈਂ ਇਕੱਲਾ ਤੇ ਇਸਤਰੀ ਕੋਲ ਹੈ ਅੰਦਰ। ਬਿਆਸ ਜੀ ਨੇ ਫਿਰ ਨਾ ਸਾਧ ਸੰਗਤ ਜੀ ਇੱਕ ਇਹੋ ਜਿਹਾ ਮਨ ਨੂੰ ਚੰਚਲ ਕਰਨ ਵਾਲਾ ਰਾਗ ਅਲਾਪਿਆ। ਜਦੋਂ ਸੁਰੀਲੀ ਸੁਰ ਦੇ ਅੰਦਰ ਆਵਾਜ਼ ਕੱਢੀ ਨਾ, ਤੇ ਜੈਮਨ ਮੁਨੀ ਦਾ ਫਿਰ ਸਥਿਰ ਨਾ ਰਿਹਾ ਚਿੱਤ, ਜਿਹੜਾ ਕਹਿੰਦਾ ਹੈ ਜਦੋਂ ਗਿਆਨ ਅਰੂੜ ਹੋਵੇ ਤੇ ਫਿਰ ਨਹੀਂ ਡੋਲਦਾ ਬੰਦਾ। ਤੇ ਜੈਮਨ ਮੁਨੀ ਨੇ ਫਿਰ ਦਿੱਤੀ ਆਵਾਜ਼ ਕਾਮ ਨਾਲ ਪੀੜਤ ਹੋ ਕਰਕੇ ਕਿ ਖੋਲ ਦਰਵਾਜ਼ਾ। ਉਹ ਤੇ ਸਮੇਂ ਅੰਦਰੋਂ ਆਵਾਜ਼ ਦਿੱਤੀ ਕਿ ਮਹਾਰਾਜ ਤੁਸੀਂ ਕਿਹਾ ਸੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਹੁਣ ਮੈਂ ਹੀ ਕਹਿ ਰਿਹਾ ਖੋਲ ਦਰਵਾਜ਼ਾ। ਉਹ ਜਦੋਂ ਨਾ ਹੀ ਖੋਲਿਆ, ਮੱਠ ਨੂੰ ਉੱਤੋਂ ਪਾੜ ਕੇ ਜਦੋਂ ਲਮਕਿਆ ਨਾ ਜੈਮਨ ਮੁਨੀ ਥੱਲੇ ਨੂੰ, ਤੇ ਅੱਗੇ ਕੀ ਵੇਖਿਆ, ਜਟਾ ਜੂਟ ਬਿਆਸ ਜੀ ਬੈਠੇ ਹੋਏ, ਹੱਸ ਪਏ ਵੇਖ ਕੇ। ਕਹਿੰਦੇ ਉਹ ਕਿਉਂ ਸੁਣਾ ਬਈ ਜੈਮਨ ਮੁਨੀ ਪੁੱਠਾ ਲਟਕ ਰਿਹਾ, ਕਹਿੰਦਾ ਕਿ ਗਿਆਨਵਾਨ ਜਿਹੜਾ ਹੋਵੇ ਉਹਨੂੰ ਕਾਮ ਡੁਲਾ ਨਹੀਂ ਸਕਦਾ, ਤੇ ਕੀ ਖਿਆਲ ਹੈ ਤੇਰਾ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਇਹ ਤਾਂ ਕੋਈ ਪੂਰਨ ਪੁਰਖ ਹੋਵੇ, ਬ੍ਰਹਮ ਗਿਆਨੀ ਹੋਵੇ ਤੇ ਉਹ ਹੀ ਸਥਿਰ ਰਹਿ ਸਕਦਾ ਹੈ, ਗਿਆਨ ਵਿੱਚ ਚੜਿਆ ਹੋਇਆ ਵੀ ਡੋਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਇਹਦਾ ਰਸ ਨਹੀਂ ਭਾਈ ਕਦੇ ਚਖਣ ਦਾ ਮਨ ਵਿੱਚ ਸੰਕਲਪ ਤੱਕ ਨਹੀਂ ਰੱਬ ਦੇ ਪਿਆਰੇ ਕਰਦੇ, ਕਿਉਂਕਿ ਵਿਖਿਆ ਰੰਗ ਕੂੜਾ ਵਿਆ, ਇਹ ਝੂਠਾ ਹੈ। ਜੇ ਕਿਤੇ ਵਿਅੰਗਮ ਵੀ ਸਾਧ ਸੰਗਤ ਜੀ ਖਿਆਲ ਤੱਕ ਵੀ ਕਰ ਲੇ ਨਾ, ਤੇ ਇਹਦਾ ਖਿਆਲ ਹੀ ਮਨ ਨੂੰ ਝੂਠਾ ਕਰ ਜਾਂਦਾ ਹੈ। ਭੋਗਣਾ ਤੇ ਕਿਤੇ ਫਿਰ ਵੇਖੋ ਨਿੱਗਰ ਚਲੋ ਰਸਾਤਲ ਟੋਆ ਨਰਕਾਂ 'ਚ ਜਾਣ ਦਾ ਕਾਰਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹਦਾ ਰਸ, ਇਹਦਾ ਆਨੰਦ ਬਿਲਕੁਲ ਫਿੱਕਾ ਹੈ, ਝੂਠਾ ਹੈ, ਤੇ ਜੀਵ ਸੋਚਦਾ ਬੜਾ ਸੁਖਦਾਈ ਹੈ, ਬੜਾ ਰਸਮਈ ਹੈ। ਮਹਾਰਾਜ ਕਹਿੰਦੇ ਦਿਸਣ ਸਭੇ ਛਾਰ, ਸਾਰੇ ਹੀ ਸੜ ਕੇ ਸਵਾਹ ਹੋ ਗਏ, ਗਰਕ ਹੋ ਗਏ ਜਿਨ੍ਹਾਂ ਜਿਨ੍ਹਾਂ ਨੇ ਇਹਦਾ ਰਸ ਭੋਗਿਆ। ਹਰ ਅੰਮ੍ਰਿਤ ਬੂੰਦ ਸੁਹਾਵਣੇ, ਜਿਹੜੀ ਹਰੀ ਦੇ ਨਾਮ ਅੰਮ੍ਰਿਤ ਦੀ ਬੂੰਦ ਹੈ ਨਾ, ਮਹਾਰਾਜ ਕਹਿੰਦੇ ਭਾਈ ਇਹ ਸੁਹਾਵਣੀ ਬੜੀ ਹੀ ਸੋਭਨੀਕ ਹੈ। ਮਿਲ ਸਾਧੂ ਪੀਵਣ ਹਾਰ, ਮਹਾਰਾਜ ਇਹ ਕਿੱਥੋਂ ਮਿਲਦੀ ਹੈ? ਸਤਿਗੁਰੂ ਕਹਿੰਦੇ ਭਾਈ ਸਾਧੂਆਂ ਦੀ ਸੰਗਤ ਵਿੱਚੋਂ, ਪੂਰੇ ਗੁਰੂ ਜੀ ਦੀ ਜਿਹੜੀ ਹੈ ਬਾਣੀ ਉਹਦੇ ਵਿੱਚੋਂ ਜਦੋਂ ਮਿਲੀਏ ਨਾ ਗੁਰਸਿੱਖਾਂ ਨਾਲ, ਸਤਸੰਗੀਆਂ ਨਾਲ, ਨਾਮ ਰਸੀਆਂ ਨਾਲ, ਉੱਥੇ ਮਿਲ ਕਰਕੇ ਫਿਰ ਪੀਵਣ ਹਾਰ, ਪੀਣ ਵਾਲੇ ਬਣ ਕਰਕੇ ਪੀਵੀਦਾ। ਇਹ ਨਹੀਂ ਕਿ ਉੱਥੇ ਵੀ ਆ ਕਰਕੇ ਕਦੇ ਉਧਰ ਨੂੰ ਝਾਕ ਕਦੇ ਉਧਰ ਨੂੰ ਵੇਖ, ਉਦੋਂ ਪੀਣ ਵਾਲੇ ਨਹੀਂ ਬਣੇ ਨਾ ਅਜੇ। ਫਿਰ ਬਹਿ ਤਾਂ ਗਏ ਸਾਧੂਆਂ ਦੀ ਸੰਗਤ ਵਿੱਚ ਆ ਕਰਕੇ, ਪਰ ਪੀਵਣ ਹਾਰ ਨਹੀਂ ਹੋਏ ਤੁਸੀਂ, ਕਿਉਂਕਿ ਪੀਣ ਵਾਲੇ ਤਾਂ ਉਦੋਂ ਬਣੇ ਜਦੋਂ ਜਗਿਆਸਾ ਜਾਗ ਪਈ ਅੰਦਰ। ਤੇ ਜਿਹੜਾ ਬਬੀਹਾ ਹੈ ਉਹ ਕਿਵੇਂ ਪੀਂਦਾ ਸਵੰਤੀ ਬੂੰਦ ਨੂੰ?
ਅੰਮ੍ਰਿਤ ਬੂੰਦ ਕਿਹੜੀ, ਜਦੋਂ ਬੱਦਲ ਚੜ੍ਹਦਾ ਨਾ ਤੇ ਸਾਧ ਸੰਗਤ ਜੀ ਉਸ ਬਰਖਾ ਦੇ ਅੰਦਰੋਂ ਸਵਾਂਤੀ ਬੂੰਦ ਡਿੱਗਦੀ ਹੈ। ਹੁਣ ਇੰਨੇ ਸਮੁੰਦਰ ਭਰੇ ਆ, ਦਰਿਆ ਵਗ ਰਹੇ ਆ, ਬਬੀਹੇ ਵਾਸਤੇ ਕਿਸੇ ਕੰਮ ਨਹੀਂ ਹੈਗੇ, ਕਿਉਂਕਿ ਜਦੋਂ ਪਾਣੀ ਪੀਂਦਾ ਨਾ ਉਹਦੇ ਗਲੇ 'ਚ ਛੇਕ ਵੈ ਤੇ ਉਹ ਸਾਰਾ ਵਗ ਜਾਂਦਾ, ਉਹਦੀ ਪਿਆਸ ਨਹੀਂ ਬੁੱਝਦੀ। ਇਵੇਂ ਵੇਦ ਸ਼ਾਸਤਰਾਂ ਦਾ ਗਿਆਨ ਬਹੁਤ ਭਰਿਆ, ਸਮੁੰਦਰ ਦੀ ਨਿਆਈ, ਦਰਿਆਵਾਂ ਦੀ ਨਿਆਈ, ਬੜਾ ਹੀ ਗਿਆਨ ਵਗ ਰਿਹਾ। ਕਿੰਨੇ ਚੈਨਲਾਂ ਤੇ ਕਥਾ ਆਉਂਦੀ ਆ, ਰੋਜ਼ ਵਗ ਹੀ ਰਿਹਾ ਦਰਿਆ ਸਾਧ ਸੰਗਤ ਜੀ। ਤੇ ਪਰ ਜਿਹੜਾ ਹੈ ਉਹ ਨਿਸ਼ਚਾ ਨਾ ਹੋਣ ਕਰਕੇ ਸਾਧ ਸੰਗਤ ਜੀ ਅੰਦਰ ਸ਼ੰਕਿਆਂ ਰੂਪੀ ਗਲੀ ਹੈ, ਧਾਰਨ ਨਾ ਕਰਨ ਰੂਪ ਛੇਕ ਪਿਆ ਹੋਇਆ ਹੈ। ਸੁਣੀ ਜਾਂਦੇ ਆ ਪਰ ਧਾਰਨ ਹੁੰਦਾ ਹੀ ਨਹੀਂ। ਧਾਰਨ ਉਦੋਂ ਹੁੰਦਾ ਜਦੋਂ ਸਾਧ ਸੰਗਤ ਜੀ ਗੁਰੂ ਰੂਪੀ ਬੱਦਲ ਦੇ ਅੰਦਰੋਂ ਸਵਾਂਤੀ ਬੂੰਦ ਕੀ ਮਹਾਰਾਜ ਦੀ ਬਾਣੀ ਦੀ ਉਪਦੇਸ਼ ਦੀ ਵਰਖਾ ਹੁੰਦੀ ਹੈ ਨਾ। ਤੇ ਬਬੀਹਾ ਕੀ ਕਰਦਾ ਫਿਰ? ਬਬੀਹਾ ਆਪਣਾ ਮੂੰਹ ਤਾਂ ਨੂੰ ਕਰ ਲੈਂਦਾ, ਬਸ ਮੂੰਹ ਤਾਂ ਨੂੰ ਕਰਦਾ ਤੇ ਸਿੱਧੀ ਬੂੰਦ ਮੂੰਹ 'ਚ ਆ ਕੇ ਪੈਂਦੀ ਹੈ। ਇੱਥੇ ਮੂੰਹ ਤਾਂ ਨੂੰ ਕੀ ਕਰਨਾ ਹੈ? ਬਿਰਤੀ ਦਾ ਇਕਾਗਰ ਕਰਨਾ ਹੈ। ਜਦੋਂ ਬਿਰਤੀ ਇਕਾਗਰ ਕਰਨ ਰੂਪ ਮੂੰਹ ਉਤਾਂ ਨੂੰ ਕੀਤਾ, ਭਾਵ ਗੁਰੂ ਸਾਹਿਬ ਵੱਲ ਨੂੰ ਸਨਮੁਖ ਹੋ ਗਏ ਤੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਬਾਣੀ ਦੀ ਉਪਦੇਸ਼ ਦੀ ਬਰਖਾ ਸਵਾਂਤੀ ਬੂੰਦ ਹਰੀ ਨਾਮ ਅੰਮ੍ਰਿਤ ਸਿੱਧਾ ਹੀ ਅੰਤਸ਼ਕਰਨ ਰੂਪੀ ਮੂੰਹ 'ਚ ਆ ਕਰਕੇ ਪੈਂਦਾ ਹੈ। ਤੇ ਜਦੋਂ ਅੰਤःਕਰਨ ਦੇ ਅੰਦਰ ਹੀ ਆ ਕਰਕੇ ਨਾਮ ਅੰਮ੍ਰਿਤ ਡਿੱਗਦਾ ਹੈ, ਮਹਾਰਾਜ ਕਹਿੰਦੇ ਫਿਰ ਹਰ ਅੰਮ੍ਰਿਤ ਬੂੰਦ ਸੁਹਾਵਣੀ। ਉਹ ਇੰਨੀ ਸੁਹਾਵਣੀ, ਇੰਨੀ ਮਿੱਠੀ ਲੱਗਦੀ ਹੈ। ਪੁੱਛਦੇ ਆ ਮਹਾਰਾਜ ਕੀਰਤਨ ਆਸਾ ਦੀ ਵਾਰ ਦਾ ਕਦੋਂ ਕੁ ਸ਼ੁਰੂ ਹੁੰਦਾ? ਯਾਤਰੂ ਆ ਕੇ ਪਹਿਲੋਂ ਇਹ ਪੁੱਛਦੇ ਆ, ਜਿਹੜੇ ਪ੍ਰੇਮੀ ਹੁੰਦੇ ਆ। ਤੇ ਜਿਹੜੇ ਦੂਜੇ ਹੁੰਦੇ ਆ ਉਹਨਾਂ ਕਹਿਣਾ ਮਹਾਰਾਜ ਲੰਗਰ ਕਦੋਂ ਕੁ ਸ਼ੁਰੂ ਹੁੰਦਾ, ਇਹ ਦੱਸ ਛੱਡੋ ਜਰਾ ਕੁ। ਇਹ ਉਹ ਪੁੱਛਦੇ ਆ। ਚਾਹ ਮਹਾਰਾਜ ਜਦੋਂ ਜਾਈਏ ਉਦੋਂ ਮਿਲਦੀ ਨਹੀਂ, ਉਹ ਕਦੋਂ ਮਿਲਦੀ ਉਹ ਵੀ ਦੱਸ ਛੱਡੋ। ਤੇ ਤੁਸੀਂ ਪੂੜੀਆਂ ਕਦੋਂ ਬਣਾਉਂਦੇ ਆ, ਜਲੇਬੀਆਂ ਕਦੋਂ ਵਰਤਾਉਂਦੇ ਆ, ਇਹ ਸਾਰਾ ਪੁੱਛਣਗੇ। ਪਰ ਇਹ ਨਹੀਂ ਪੁੱਛਦੇ ਕਿ ਕਥਾ ਕਿਹੜੇ ਵਕਤ ਸ਼ੁਰੂ ਹੁੰਦੀ ਹੈ ਤੇ ਕਿਤੇ ਸੁੱਤੇ ਹੀ ਨਾ ਰਹਿ ਜਾਈਏ, ਕੀਰਤਨ ਕਦੋਂ ਸਮਾਪਤ ਹੋ ਜਾਂਦਾ ਕਿਤੇ ਸੁੱਤੇ ਹੀ ਨਾ ਰਹਿ ਜਾਈਏ, ਗੁਰੂ ਸਾਹਿਬ ਦਾ ਮੁਖਵਾਕ ਸੁਣੀਏ ਉੱਠ ਕੇ, ਉਹ ਨਹੀਂ ਪੁੱਛਣਾ। ਤੇ ਮਾਫ ਕਰਨਾ, ਹੁਣ ਆਵਾਜਾਈ ਬੰਦ ਹੋਈ ਕਰਕੇ ਤੇ ਸੰਗਤ ਵੀ ਇੱਥੇ ਜਿਹੜੀ ਆ ਉਹ ਕਹਿੰਦੇ ਅਸੀਂ ਸਟਕ ਹੋ ਗਏ, ਅਸੀਂ ਘਰਾਂ ਨੂੰ ਜਾਣਾ ਸੀ। ਭਾਵੇਂ ਮਜਬੂਰੀਆਂ ਵੀ ਸੀਗੀਆਂ, ਕਿਉਂਕਿ ਕਣਕਾਂ ਆਦਿਕ ਦਾ ਸਾਧ ਸੰਗਤ ਜੀ ਫਸਲ ਦੇ ਕੱਟਣ ਦੀ ਭਾਰ ਹੈ। ਪਰ ਕੀ ਹੈ, ਜਿੱਥੇ ਮਜਬੂਰੀ ਹੈ ਤੁਸੀਂ ਕੁਝ ਕਰ ਨਹੀਂ ਸਕਦੇ। ਪਰ ਗੁਰੂ ਘਰ ਆ ਕਰਕੇ ਕਮ ਸੇ ਕਮ ਗੁਰੂ ਘਰ ਦੀਆਂ ਰਵਾਇਤਾਂ ਸਿੱਖ ਲੈਣੀਆਂ ਚਾਹੀਦੀਆਂ। ਮਜਬੂਰੀ ਖਾਤਰ ਹੀ ਇੱਥੇ ਰਹਿ ਰਹੇ ਹੋ, ਪਰ ਵੇਖੋ ਰਹਿਰਾਸ ਸਮੇਂ ਦੇ ਰਹਿਰਾਸ ਸਾਹਿਬ ਹੁੰਦੀ ਹੈ, ਉਹ ਸਮੇਂ ਤਾਂ ਘੱਟੋ ਘੱਟ ਗੱਲਾਂ ਨਾ ਬਾਹਰ ਟੋਲੀਆਂ ਬਣਾ ਕਰੋ। ਕਦੇ 10 ਜਾਣੇ ਉੱਥੇ ਖਲੋਤੇ ਆ, 10 ਜਾਣੇ ਉੱਥੇ ਖਲੋਤੇ ਆ, ਤੇ ਉਹਨਾਂ ਗੱਲਾਂ ਵਿੱਚ ਮੈਂ ਤਾਂ ਨਹੀਂ ਕਦੀ ਸੁਣੀਆਂ ਲਾਗੇ ਹੋ ਕੇ, ਪਰ ਦੂਰੋਂ ਵੇਖਣ ਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜ਼ਮਾਨੇ ਦੀਆਂ ਹੀ ਗੱਲਾਂ ਕਰਦੇ ਹੋਣਗੇ, ਜਾਂ ਹਾਏ ਹਾਏ ਕਰਦੇ ਹੋਣਗੇ ਕਿ ਮਰ ਗਏ, ਕਿੱਥੇ ਫੜੇ ਗਏ, ਜਾ ਨਹੀਂ ਸਕਦੇ। ਹੋਰ ਕੀ ਹੁਣ ਉਹਦੇ ਵਿੱਚੋਂ ਕੋਈ ਉਹ ਸੁਖਮਨੀ ਸਾਹਿਬ ਦੇ ਅਰਥ ਤਾਂ ਨਹੀਂ ਕਰ ਰਹੇ ਹੋਣੇ ਨਾ ਇਕੱਠੇ ਹੋ ਕੇ। ਅਰਦਾਸ ਵਿੱਚ ਖਲੋਵੋ, ਗੁਰੂ ਸਾਹਿਬ ਦਾ ਸ੍ਰੀ ਮੁਖਵਾਕ ਸੁਣੋ, ਅੰਮ੍ਰਿਤ ਵੇਲੇ ਆ ਕੇ ਆਸਾ ਦੀ ਵਾਰ 'ਚ ਹਾਜ਼ਰੀ ਭਰੋ, ਕਥਾ ਸੁਣੋ, ਦੇਖੋ ਤੁਹਾਡਾ ਜੀ ਕਿਵੇਂ ਲੱਗੇਗਾ। ਤੇ ਜਿਹਦਾ ਮਹਾਰਾਜ ਜੀ ਨਾ ਲੱਗਣ ਦੇਣ ਫਿਰ ਕਰਨ ਵੀ ਕੀ ਹੁਣ। ਤੇ ਸਾਧ ਸੰਗਤ ਜੀ ਜਿਹਦਾ ਜੀ ਸਤਿਗੁਰੂ ਆਪਣੇ ਚਰਨਾਂ 'ਚ ਲਾਉਂਦੇ ਆ ਨਾ, ਉਹਨੂੰ ਹੀ ਹਰੀ ਨਾਮ ਅੰਮ੍ਰਿਤ ਬੂੰਦ ਜਿਹੜੀ ਆ ਨਾ ਫਿਰ ਇਹ ਸੁਹਾਵਣੀ ਲੱਗਦੀ ਹੈ। ਨਹੀਂ ਤੇ ਫਿਰ ਕਥਾ ਕੀਰਤਨ ਦੀ ਆਵਾਜ਼ ਵੀ ਉਹਨਾਂ ਕਹਿਣਾ ਕਮਰੇ ਸਾਨੂੰ ਉੱਥੇ ਦੇ ਛੱਡੇ ਆ ਜਿੱਥੇ ਲਾਗੇ ਸਪੀਕਰ ਲਾ ਛੱਡਦੇ ਆ। ਇਹ ਸਵੇਰੇ ਟਾਈਮ ਨਾਲ ਹੀ ਆਸਾ ਦੀ ਵਾਰ ਆਰੰਭ ਕਰ ਦਿੰਦੇ ਆ। ਸੌਣਾ ਕਿਹੜੇ ਵੇਲੇ ਹੁੰਦਾ? ਜਦੋਂ ਕਿ ਸਾਰੇ ਸਮੇਂ ਹੀ ਵਿਹਲੇ ਆ, ਦਿਨੇ ਵੀ ਵੇਲ, ਰਾਤ ਨੂੰ ਵੀ ਵੇਲ, ਜਦੋਂ ਮਰਜੀ ਸੌਵੋ। ਤੇ ਪਰ ਫਿਰ ਵੀ ਕਥਾ ਕੀਰਤਨ ਸੁਣਨਾ ਜਿਹੜਾ ਉਹਦੇ 'ਚ ਮਨ ਹੀ ਨਹੀਂ ਲੱਗਦਾ। ਕਥਾ ਵੇਲੇ ਵੀ ਬਾਹਰ ਟੋਲੀਆਂ ਬਣਾ ਕੇ ਗੱਪਾਂ ਮਾਰਦੇ ਆ। ਤੇ ਇਹ ਫਿਰ ਗੁਰੂ ਘਰ ਰਹਿਣ ਵਾਲੀ ਰਵਾਇਤ ਹੈ ਤੇ ਸਿੱਖਣਾ ਚਾਹੀਦਾ। ਸਤਿਗੁਰੂ ਜੀ ਦੇ ਘਰ ਆਏ, ਚਲੋ ਨਹੀਂ ਸਤ ਸੰਗਤ ਪਹਿਲਾਂ ਕੀਤੀ, ਹੁਣ ਹੀ ਕਰਨ ਦਾ ਸੁਭਾਗ ਮਿਲਿਆ ਤਾਂ ਹੁਣ ਹੀ ਸਿੱਖ ਲਈਏ, ਕਰੀਏ ਸੰਗਤ, ਮਹਾਰਾਜ ਦੇ ਚਰਨਾਂ ਵਿੱਚ ਰਹੀਏ, ਜ਼ਿੰਦਗੀ ਸੁਧਰ ਜਾਂਦੀ ਹੈ, ਕੁਝ ਨਾ ਕੁਝ ਲੱਭ ਪੈਂਦਾ ਹੈ। ਇਹ ਕਾਰਨ ਕਿਸੇ ਤੇ ਨਹੀਂ ਬਣਾਇਆ ਕਿ ਤੁਹਾਨੂੰ ਜਾਣ ਬੁੱਝ ਕੇ ਬੋਰਡ ਨਹੀਂ ਜਾਣ ਦੇਣਾ ਚਾਹੁੰਦਾ, ਜਾਂ ਹੋਰ ਕੋਈ ਇੱਥੇ ਪ੍ਰਬੰਧਕ ਕਹਿੰਦੇ ਆ ਵੀ ਰੋਕ ਕੇ ਰੱਖੋ, ਇਹਨਾਂ ਨੂੰ ਨਹੀਂ ਜਾਣ ਦੇਣਾ। ਭਾਈ ਨਹੀਂ, ਇਹ ਤਾਂ ਕਿਸੇ ਦਾ ਜ਼ੋਰ ਨਹੀਂ, ਨਿਰੰਕਾਰ ਦੀ ਮਰਜ਼ੀ ਹੈ, ਬਾਜਾਂ ਵਾਲੇ ਸਤਿਗੁਰੂ ਦੀ ਮਰਜ਼ੀ ਹੈ। ਤੇ ਇਸ ਕਰਕੇ ਮਹਾਰਾਜ ਦੀ ਮਰਜ਼ੀ ਅਨੁਸਾਰ ਹੀ ਰਹਿਣਾ ਚਾਹੀਦਾ ਹੈ।
ਤੇ ਜੇ ਗੁਰੂ ਘਰ ਰਹੀਏ ਤੇ ਫਿਰ ਅੰਮ੍ਰਿਤ ਬੂੰਦ ਨੂੰ ਸਕਣ ਦਾ ਸੁਭਾਅ ਬਣਾ ਲਈਏ। ਇੱਥੇ ਤਾਂ ਅੰਮ੍ਰਿਤ ਬੂੰਦ ਵਾਰੀ ਰਹੀ ਹੈ, ਪਰ ਇੱਕ ਹੋਰ ਵੀ ਗੱਲ ਹੈ, ਉਹ ਜਿਹੜੀ ਸਵਾਂਤੀ ਬੂੰਦ ਹੁੰਦੀ ਹੈ ਨਾ ਸਾਧ ਸੰਗਤ ਜੀ, ਜੇ ਸਿੱਪੀ ਤੇ ਪੈ ਜੇ ਮੋਤੀ ਬਣ ਜਾਂਦਾ ਹੈ, ਮਨੁੱਖ ਦੇ ਸਿਰ 'ਚ ਪੈ ਜੇ ਗਿਆਨ ਹੋ ਜਾਂਦਾ ਹੈ, ਤੇ ਇਸ ਪ੍ਰਕਾਰ ਸਾਧ ਸੰਗਤ ਜੀ ਸੱਪ ਤੇ ਪੈ ਜੇ ਜ਼ਹਿਰ ਮਿਟ ਜਾਂਦੀ ਹੈ, ਤੇ ਗਿੱਦੜ ਦੇ ਸਿਰ 'ਚ ਪੈ ਜੇ ਉਹਨੂੰ ਹਲਕ ਹੋ ਜਾਂਦਾ। ਸਵਾਂਤੀ ਬੂੰਦ ਤਾਂ ਇੱਕੋ ਹੀ ਹੈ, ਕੰਮ ਉਹਦਾ ਗ੍ਰਹਿਣ ਕਰਨ ਵਿੱਚ ਫਰਕ ਹੈ। ਹੁਣ ਜੇ ਇਹ ਬਚਨ ਕਹੇ ਗਏ ਨਾ ਗੁਰੂ ਸਾਹਿਬ ਦੇ ਉਪਦੇਸ਼ ਦੇ ਅੰਦਰ, ਤੇ ਜਿਨ੍ਹਾਂ ਦਾ ਮਨ ਤਾਂ ਦਰਵੀ ਭੂਤ ਹੈ ਉਹਨਾਂ ਨੂੰ ਤੇ ਅੰਮ੍ਰਿਤ ਦਾ ਕੰਮ ਕਰ ਰਹੇ ਆ ਇਹ ਬਚਨ, ਪਰ ਜਿਹੜੇ ਸਾਧ ਸੰਗਤ ਜੀ ਗਿੱਦੜ ਵਰਗੀ ਬਿਰਤੀ ਆ ਉਹਨਾਂ ਨੂੰ ਹਲਕ ਹੋ ਰਿਹਾ, ਹਾਂ ਐਵੇਂ ਮਾਰੀ ਜਾਂਦੇ ਆ, ਕਥਾ 'ਚ ਬੋਲੀ ਜਾਂਦੇ, ਸਾਨੂੰ ਪਤਾ ਸਾਡੀ ਕਣਕ ਵੱਢਣ ਵਾਲੀ ਹੈ, ਇਹ ਵਿਹਲੇ ਹੈਗੇ ਆ, ਜੋ ਮਰਜ਼ੀ ਬੋਲੀ ਜਾਣ। ਉਹਨੂੰ ਸਾਧ ਸੰਗਤ ਜੀ ਉਲਟ ਅਸਰ ਕਰ ਰਿਹਾ ਇਹ ਉਪਦੇਸ਼। ਕਹਿੰਦਿਆਂ ਹੋਇਆਂ ਵੀ ਜਿਹੜਾ ਹੈ ਨਾ ਗ੍ਰਹਿਣ ਕਰਨ 'ਚ ਹੀ ਤੁਹਾਨੂੰ ਧਾਰਨ ਕਰਨ ਵਿੱਚ ਫਰਕ ਹੈ ਨਾ। ਕਿਤੇ ਸ਼ਰਧਾ ਵਾਲੇ ਜਿਹੜੇ ਉੱਥੇ ਅੰਮ੍ਰਿਤਸਰ ਸਾਹਿਬ ਤੋਂ ਸਿੰਘ ਸੀਗੇ, ਵੈਸੇ ਹੀ ਉਹਨਾਂ ਨੇ, ਕਿਉਂਕਿ ਉੱਥੇ ਵੀ ਸਾਧ ਸੰਗਤ ਜੀ ਇਵੇਂ ਹੀ ਹੋਇਆ ਬੰਦਾ ਹੈ ਨਾ ਸਾਰਾ ਕੁਛ, ਤੇ ਉਹ ਪ੍ਰੇਮੀ ਸੀਗਾ, ਉਹਨੇ ਜਾਣ ਕੇ ਇੱਕ ਨੇ ਕਿਹਾ ਕਿ ਇਉਂ ਲੱਗਦਾ ਜਿੰਨਾ 4 ਮਹੀਨੇ ਹੁਣ ਸਭ ਬੰਦ ਹੀ ਰਹਿਣਾ। ਕਹਿੰਦਾ ਬਾਬਾ ਜੀ ਬੜੀ ਕਿਰਪਾ, ਫਿਰ ਤਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਆਨੰਦ ਲਾਂਗੇ, ਇੱਥੇ ਬਹੁਤ ਮਜ਼ਾ, ਇੱਥੇ ਸੁੱਖ ਹੈ, ਘਰ ਹੀ ਨਾ ਜਾਣਾ ਪਵੇਗਾ, ਨਹੀਂ ਤਾਂ ਫਿਰ ਰੋਜ਼ ਜਾਣਾ ਪੈਂਦਾ, ਹੁਣ ਤਾਂ ਮੌਜਾਂ ਬਣੀਆਂ ਹਨ। ਤੇ ਉਹ ਵੇਖੋ ਇੱਕ ਪਾਸੇ ਉਹ ਕਹਿੰਦੇ ਪਰ ਬੰਦ ਹੀ ਹੋ ਜੇ, ਸਾਰਾ ਕੁਝ ਹੀ ਬੰਦ ਹੋ ਜੇ, ਮਹਾਰਾਜ ਦੇ ਚਰਨਾਂ 'ਚ ਹੀ ਆਨੰਦ ਲਈਏ। ਸਾਧ ਸੰਗਤ ਜੀ ਇਹ ਵੀ ਧਿਆਨ ਦੇਣਾ ਕਿ ਗੁਰੂ ਘਰ ਸਦਾ ਹੀ ਰੌਣਕਾਂ ਲੱਗੀਆਂ ਰਹਿਣ, ਸੰਗਤਾਂ ਨਾਲ ਹੀ ਮਹਾਰਾਜ ਸਾਹਿਬ ਜੀ ਦੇ ਦਰ ਸੋਹਣੇ ਲੱਗਦੇ ਆ, ਪਰ ਕੀ ਹੈ ਇਸ ਗੱਲ ਦਾ ਵੀ ਜਰਾ ਖਿਆਲ ਕਰਨਾ, ਗੁਰੂ ਘਰ ਸ਼ਾਂਤੀ ਵਾਲਾ ਮਾਹੌਲ ਵੀ ਚਾਹੀਦਾ। ਜੇ ਗੁਰੂ ਘਰ ਆਈਏ ਤੇ ਇੱਥੇ ਦਰਬਾਰ ਦੇ ਵਿੱਚ, ਕਿਉਂਕਿ ਆਪਾਂ ਤਾਂ ਇੱਥੇ ਹੀ ਰਹਿਣਾ ਹੁੰਦਾ, ਤੇ ਜਦੋਂ ਆਮ ਦਿਨਾਂ ਵਿੱਚ ਕੋਈ ਜੋੜ ਮੇਲਾ ਹੋਵੇ ਤੇ ਬਹੁਤ ਰੌਲਾ ਪੈਂਦਾ, ਬਹੁਤ ਜ਼ਿਆਦਾ ਗੱਲਾਂ, ਕੋਈ ਕਿਸੇ ਪ੍ਰਕਾਰ ਕੋਈ ਬਾਹਰ ਬੈਠਾ ਕਥਾ ਸੁਣ ਹੀ ਨਹੀਂ ਸਕਦਾ। ਫਿਰ ਕਈ ਇਹ ਵੀ ਪ੍ਰਮਾਣ ਦਿੰਦੇ ਆ ਜੀ, ਵੇਖੋ ਜੇ ਇਹੋ ਜਿਹੇ ਲੋਕ ਗੁਰਦੁਆਰੇ ਸਾਹਿਬ ਨਹੀਂ ਆਉਣਗੇ ਤੇ ਕਿੱਥੇ ਜਾ ਕੇ ਜਾਚ ਸਿੱਖਣਗੇ। ਮਰੀਜ਼ ਕਹਿੰਦੇ ਨੇ ਜਿਹੜਾ ਰੋਗੀ ਹੁੰਦਾ ਹਸਪਤਾਲ 'ਚ ਹੀ ਜਾਂਦਾ, ਤੇ ਸਾਧ ਸੰਗਤ ਜੀ ਜਦੋਂ ਰੋਗੀ ਮਰੀਜ਼ ਹਸਪਤਾਲ 'ਚ ਜਾਂਦਾ ਨਾ, ਉਹਨੂੰ ਹਸਪਤਾਲ ਦੇ ਕਾਇਦੇ ਕਾਨੂੰਨਾਂ ਨਾਲ ਉੱਥੇ ਭਰਤੀ ਹੋਣਾ ਪੈਂਦਾ ਹੈ। ਇਹ ਨਹੀਂ ਕਿ ਜਿੱਥੇ ਮਰਜ਼ੀ ਐਵੇਂ ਹੜਦੰਗ ਮਚਾਈ ਜਾਵੇ। ਇਹ ਗੁਰਦੁਆਰੇ ਸਾਹਿਬ ਆ ਕੇ ਗੁਰੂ ਘਰ ਦੇ ਕਾਇਦੇ ਕਾਨੂੰਨਾਂ ਮੁਤਾਬਕ ਆ ਕਰਕੇ ਤੁਸੀਂ ਬਹਿ ਕੇ ਕਥਾ ਕੀਰਤਨ ਸੁਣੋ, ਤੇ ਫਿਰ ਹੀ ਤੁਹਾਡਾ ਜੀਵਨ ਸੁਧਰੇਗਾ। ਤੇ ਜੇ ਆਪ ਹੁਦਰੇ ਪਿਕਨਿਕ ਮਨਾਉਣ ਹੀ ਆਏ ਆ, ਤਾਸ਼ਾਂ ਖੇਡਦੇ ਆ ਗਏ, ਇੱਥੇ ਪੁੱਛਿਆ ਵੀ ਡੋਡਿਆਂ ਵਾਲੀ ਦੁਕਾਨ ਕਿੱਥੇ ਹੈ, ਤੇ ਫਿਰ ਸਾਧ ਸੰਗਤ ਜੀ ਜੋ ਖਿਡੌਣੇ ਖਰੀਦੇ, ਕਦੇ ਉਹ ਭਵਿੱਖ ਦੱਸਣ ਵਾਲੀ ਮਸ਼ੀਨ ਤੇ ਚੜ ਗਏ, ਕਦੀ ਕਿਤੇ ਚਲੇ ਗਏ, ਤੇ ਕਦੇ ਮਹਾਰਾਜ ਦਾ ਕਥਾ ਕੀਰਤਨ ਸੁਣਿਆ ਹੀ ਨਾ, ਤੇ ਦੱਸੋ ਫਿਰ ਕੀ ਫਾਇਦਾ ਇਹੋ ਜੇ ਗੁਰੂ ਘਰ ਤਾਂ ਤੁਸੀਂ ਨਾ ਹੀ ਆਓ, ਜਹੇ ਆਏ ਜਹੇ ਨਾ ਆਏ, ਕੀ ਲਾਭ ਹੈ। ਇਹ ਅੰਮ੍ਰਿਤ ਬੂੰਦ ਛਕਣ ਦਾ ਢੰਗ ਹੈ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਵਾਹਿਗੁਰੂ ਦੇ ਨਾਮ ਅੰਮ੍ਰਿਤ ਬੂੰਦ ਜਿਹੜੀ ਹੈ ਨਾ ਉਹ ਬੜੀ ਸੁਹਾਵਣੀ ਹੈ, ਬੜੀ ਸ਼ੋਭਨੀਕ ਹੈ। ਪਰ ਜੇ ਸਾਧ ਸੰਗਤ ਜੀ ਬਾਜ਼ਾਰਾਂ 'ਚ ਤੁਰੇ ਫਏ, ਕਈ ਇੱਥੇ ਆ ਕੇ ਨਾ ਕਹਿੰਦੇ ਉਹ ਗਿਰੀ ਦਾ ਤੇਲ ਖਰੀਦਣਾ, ਪੰਜਾਬੋਂ ਆ ਕੇ ਉਹਦੇ ਮਗਰ ਹੀ ਪਏ ਰਹਿੰਦੇ ਆ, ਦੂਰ ਦੂਰ ਤੱਕ ਬਾਜ਼ਾਰਾਂ 'ਚ ਫਿਰਦੇ ਰਹਿੰਦੇ ਆ, ਤੇ ਮਹਾਰਾਜ ਦੀ ਸੰਗਤ ਨਹੀਂ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਅੰਮ੍ਰਿਤ ਬੂੰਦ ਤਾਂ ਵਰ ਰਹੀ ਹੈ, ਗੁਰੂ ਕੇ ਉਪਦੇਸ਼ ਦੀ ਬਰਖਾ, ਕਥਾ ਕੀਰਤਨ ਕਿੰਨੀ ਬਰਖਾ ਹੁੰਦੀ ਹੈ ਤਖਤ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ, ਪਰ ਉਹ ਪੀਂਦਾ ਕੌਣ ਹੈ ਮਹਾਰਾਜ ਦੱਸਦੇ ਹਨ। ਮਿਲ ਸਾਧੋ ਪੀਵਨਹਾਰ, ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਕਹਿੰਦੇ ਪੀਵਨਹਾਰ ਜਿਹੜੇ ਜਿਗਿਆਸੂ ਹੈ, ਪਿਆਸੇ ਹੈ, ਆ ਕੇ ਪੀਂਦੇ ਹੈ, ਬਬੀਹਿਆਂ ਦੀ ਨਿਆਈ ਬਿਰਤੀਆਂ ਇਕਾਗਰ ਕਰਕੇ ਤਰਸਦੇ ਹੋਏ ਮਹਾਰਾਜ ਦੇ ਅੱਗੇ ਹੱਥ ਜੋੜਦੇ ਹੈ। ਜਿਹੜੇ ਕਈ ਸਾਧ ਸੰਗਤ ਜੀ ਕਈ ਚਿਰੇ ਆਉਂਦੇ ਆ ਨਾ, ਜਦੋਂ ਮਹਾਰਾਜ ਦੇ ਤਖਤ ਅਸਥਾਨ ਦੇ ਸਾਹਮਣੇ ਖਲੋ ਕੇ ਦਰਸ਼ਨ ਕਰਦੇ ਆ, ਆਪ ਮੁਹਾਰੇ ਨੈਣ ਬਰਾਗ ਨਾਲ ਉਛਲ ਪੈਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਦੇ ਹੋਏ ਕਈ ਚਿਰ ਕਿਸੇ ਨਾਲ ਬੋਲ ਹੀ ਨਹੀਂ ਪਾਉਂਦੇ, ਤਖਤ ਸਾਹਿਬ ਤੇ ਬੈਠੇ ਹੋਏ ਗੱਲ ਹੀ ਨਹੀਂ ਕਰਦੇ। ਨਾਲ ਦੇ ਆਇਆ ਹੋਇਆਂ ਨੂੰ ਵੀ ਕਹਿੰਦੇ ਆ ਤੁਸੀਂ ਭਾਈ ਜੋ ਖਾਣਾ ਪੀਣਾ ਖਾਓ, ਕਮਰੇ 'ਚ ਜਾਣਾ ਜਾਓ, ਮੈਨੂੰ ਨਾ ਛੇੜਿਓ। ਸਾਧ ਸੰਗਤ ਜੀ ਇਹੋ ਜਿਹਾ ਪਿਆਰ ਮਹਾਰਾਜ ਜਿਨ੍ਹਾਂ ਨੂੰ ਬਖਸ਼ਦੇ ਆ ਉਹ ਪੀਵਨਹਾਰ ਹਨ। ਜਗਿਆਸਾ ਜਾਗ ਪਈ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣ ਕੇ, ਕਥਾ ਸੁਣ ਕੇ ਨਾਮ ਅੰਮ੍ਰਿਤ ਨੂੰ ਪੀਂਦੇ ਆ ਜਗਿਆਸੂ ਬਣ ਕਰਕੇ।
ਵਣ ਤੇਣ ਪ੍ਰਭ ਸੰਗ ਮੌਲਿਆ। ਸਤਿਗੁਰੂ ਜੀ ਕਹਿੰਦੇ ਭਾਈ ਇਹ ਮੇਰੇ ਪ੍ਰਭੂ ਦੇ ਨਾਮ ਦੀ ਇਹੋ ਜੀ ਕਿਰਪਾ ਹੈ। ਜਦੋਂ ਪ੍ਰਭੂ ਸੱਤਾ ਰੂਪ ਵਿੱਚ ਸਭ ਥਾਵਾਂ ਤੇ ਮਿਲਿਆ ਹੋਇਆ ਦਿਖਾਈ ਦੇ ਪੈਂਦਾ ਨਾ, ਫਿਰ ਕੀ ਦਿਸਦਾ ਹੈ ਕਿ ਵਣ ਜਿਹੜੇ ਜੰਗਲ ਵੈ, ਬਨਸਪਤੀ ਆ, ਤ੍ਰਿਣ ਕੱਖ ਵੈ, ਇਹਨਾਂ ਦੇ ਵਿੱਚ ਮੇਰਾ ਪ੍ਰਭੂ ਹੀ ਮੌਲਿਆ ਹੋਇਆ ਹੈ, ਵਾਹਿਗੁਰੂ ਹੀ ਮਿਲਿਆ ਹੋਇਆ ਸਭ ਥਾਵਾਂ ਦੇ ਉੱਤੇ। ਇਹ ਤਾਂ ਜਿਹੜਾ ਨਾਮ ਅੰਮ੍ਰਿਤ ਬੂੰਦ ਨੂੰ ਛਕਦਾ ਉਹਨੂੰ ਫਿਰ ਪਤਾ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਬਰਖਾ ਪੈਣ ਨਾਲ ਭਾਈ ਜੰਗਲ ਮੌਲ ਪੈਂਦੇ ਆ, ਤ੍ਰਿਣ ਕੱਖ ਵੀ ਸੁੱਕੇ ਹਰੇ ਹੋ ਜਾਂਦੇ ਆ ਨਾ, ਇਵੇਂ ਸਾਧ ਸੰਗਤ ਜੀ ਇਸੇ ਪ੍ਰਕਾਰ ਹੀ ਵਣ ਤੇਣ ਪ੍ਰਭ ਸੰਗ ਮੌਲਿਆ। ਵਣ ਦੀ ਨਿਆਈ ਹਨ ਇਹ ਸਰੀਰ, ਤ੍ਰਿਣ ਦੀ ਨਿਆਈ ਹਨ ਕੱਖਾਂ ਦੀ ਨਿਆਈ ਇੰਦਰੇ। ਇਹ ਵੀ ਸਾਧ ਸੰਗਤ ਜੀ ਪ੍ਰਭੂ ਨਾਮ ਵਿੱਚ ਫਿਰ ਮੌਲ ਪੈਂਦੇ ਆ, ਖਿੜ ਜਾਂਦੇ ਆ। ਇੰਦਰੇ ਵੀ ਸਾਰੇ ਖਿੜ ਜਾਂਦੇ ਆ ਤੇ ਸਰੀਰ ਵੀ ਸਾਰਾ ਖਿੜਾਵਟ ਵਿੱਚ ਆ ਜਾਂਦਾ ਹੈ। ਪ੍ਰਭੂ ਦੇ ਨਾਮ ਨਾਲ ਇੰਨਾ ਮੌਲਿਆ ਜਾਂਦਾ, ਇੰਨਾ ਖਿੜ ਜਾਂਦਾ ਏ। ਸਮਰਥ ਪੁਰਖ ਅਪਾਰ। ਮਹਾਰਾਜ ਕਹਿੰਦੇ ਭਾਈ ਸਰਬ ਕਲਾ ਸਮਰੱਥ ਹੈ ਮੇਰਾ ਵਾਹਿਗੁਰੂ, ਪੁਰਖ ਪੂਰਨ ਹੈ, ਉਹਦਾ ਪਾਰਾਵਾਰ ਨਹੀਂ ਕੋਈ ਪਾ ਸਕਦਾ, ਅੰਤ ਸਿਰਾ ਨਹੀਂ ਪਾਇਆ ਜਾ ਸਕਦਾ। ਉਸ ਸਮਰੱਥ ਦੇ ਨਾਮ ਨਾਲ, ਉਹਦੀ ਸੱਤਾ ਨਾਲ ਮਹਾਰਾਜ ਕਹਿੰਦੇ ਭਾਈ ਸਾਰੀ ਬਨਸਪਤੀ ਮੌਲ ਪੈਂਦੀ ਹੈ। ਜਿਵੇਂ ਬਰਖਾ ਨਾਲ ਇਵੇਂ ਸਾਰੇ ਜੀਵ ਜਿਹੜੇ ਇਹਨਾਂ ਦੇ ਸਰੀਰ ਮੌਲ ਪੈਂਦੇ ਆ, ਖਿੜ ਜਾਂਦੇ ਆ, ਕੱਖਾਂ ਦੀ ਨਿਆਈ ਇੰਦਰੇ ਖਿੜ ਜਾਂਦੇ ਆ। ਹਰ ਮਿਲਣਾ ਨੋ ਮਨ ਲੋਚਦਾ। ਐਸੇ ਸਮਰੱਥ ਵਾਹਿਗੁਰੂ ਹਰੀ ਤੇਰੇ ਮਿਲਣ ਵਾਸਤੇ ਮਹਾਰਾਜ ਸਾਡਾ ਮਨ ਬੜਾ ਲੋਚਦਾ ਹੈ, ਬੜਾ ਹੀ ਤਰਸਦਾ ਮਹਾਰਾਜ ਤੇਰੇ ਮਿਲਣ ਨੂੰ। ਸਾਧ ਸੰਗਤ ਜੀ ਜਿਹਨੂੰ ਮਿਲਣ ਦੀ ਆਸ ਹੋਵੇ ਨਾ, ਬਾਬਾ ਫਰੀਦ ਸਾਹਿਬ ਜੀ ਨੂੰ ਮਿਲਣ ਦੀ ਆਸ ਹੈ, ਕਿੰਨਾ ਤੜਫਦਾ ਹੈ ਮਨ। ਕਹਿੰਦੇ ਨੇ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਕਾਂ ਨੇ ਸਾਰਾ ਸਰੀਰ ਠੂੰਗ ਠੂੰਗ ਕੇ ਜਦੋਂ ਆ ਕੇ ਅੱਖ ਤੇ ਮਾਰਿਆ ਠੂੰਗਾ, ਕਹਿੰਦੇ ਕਾਵਾਂ ਅੱਖ ਤੇ ਨਾ ਠੂੰਗਾ ਮਾਰੀ। ਉਹ ਕਾਂ ਦੀ ਗੱਲ ਕਰਾਈ ਹੈ ਨਾ। ਸਤਪੁਰਸ਼ ਤਾਂ ਸਾਧ ਸੰਗਤ ਜੀ ਧਰਤੀ ਤੇ ਆਕਾਸ਼ ਦੀਆਂ ਗੱਲਾਂ ਕਰਾ ਦਿੰਦੇ ਆ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਕਾਂ ਨਾਲ ਗੱਲਾਂ ਕਰਦੇ ਫਰੀਦ ਜੀ। ਕਹਿੰਦੇ ਕਾਂ ਅੱਖ ਨਾ ਖਾਈ। ਕਹਿੰਦਾ ਕਿਉਂ ਅੱਖ ਕਿਉਂ ਨਾ ਖਾਵਾਂ? ਕਹਿੰਦੇ ਅਜੇ ਅੱਲਾ ਨੂੰ ਵੇਖਣ ਦੀ ਆਸ ਹੈ ਮੇਰੇ ਅੰਦਰ, ਸਾਰਾ ਸਰੀਰ ਖਾਣਾ ਹੀ ਖਾ ਲੈ। ਮਹਾਰਾਜ ਹਰ ਦਰਸ਼ਨ ਕਹੋ ਮਨ ਲੋਚਦਾ। ਮਹਾਰਾਜ ਸਾਡਾ ਵੀ ਗਰੀਬਾਂ ਦਾ, ਨਤਾਣਿਆਂ ਦਾ ਮਨ ਲੋਚਦਾ। ਸੱਚੇ ਪਾਤਸ਼ਾਹ ਧੰਨ ਗੁਰੂ ਦਸਵੇਂ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਨ ਨੂੰ। ਹਰ ਮਿਲਣਾ ਨੋ ਮਨ ਲੋਚਦਾ। ਮਹਾਰਾਜ ਮਨ ਲੋਚਦਾ ਸਾਡਾ ਆਪ ਦੇ ਦਰਸ਼ਨਾਂ ਵਾਸਤੇ। ਕਰਮ ਮਿਲਾਵਣ ਹਾਰ। ਪਰ ਮਹਾਰਾਜ ਕਹਿੰਦੇ ਭਾਈ ਜਿਹੜੇ ਨਿਸ਼ਕਾਮ ਕਰਮ ਹੈ ਨਾ, ਉਹ ਮਿਲਾਉਣ ਹਾਰ ਨੇ। ਜਿਹੜੇ ਕਰਮ ਸਤਸੰਗਤ ਕਰਦੇ ਆ, ਪਰਉਪਕਾਰ ਕਰਦੇ ਆ, ਮਿੱਠਾ ਬੋਲਦੇ ਆ, ਬਾਣੀ ਪੜ੍ਹਦੇ ਆ, ਅੰਮ੍ਰਿਤ ਵੇਲੇ ਨਾਮ ਜਪਦੇ ਆ, ਇਹ ਸਾਰੇ ਕਰਮ ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਨੂੰ ਮਿਲਾਉਣ ਵਾਲੇ ਆ। ਜਿਨੇ ਸਖੀਏ ਪ੍ਰਭ ਪਾਇਆ। ਜਿਨ੍ਹਾਂ ਸਖੀਆਂ ਨੇ, ਮਹਾਤਮਾ ਨੇ, ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਮੇਰੇ ਵਾਹਿਗੁਰੂ ਨੂੰ ਸੁਧ ਭੂਮਾ ਰੂਪੀ ਬ੍ਰਹਮ ਨੂੰ ਪਾਇਆ ਏ। ਹਾਂ ਤਿਨ ਕੈ ਸਦ ਬਲਹਾਰ। ਮਹਾਰਾਜ ਕਹਿੰਦੇ ਹਾਂ ਅਸੀਂ ਭਾਈ ਉਹਨਾਂ ਤੋਂ ਸਦਾ ਹੀ ਬਲਹਾਰ ਜਾਣੇ ਆ। ਸਾਧ ਸੰਗਤ ਜੀ ਬਲਹਾਰ ਦਾ ਹੁੰਦਾ ਜਿੱਥੇ ਸਾਰਾ ਹੀ ਬਲ ਹਾਰ ਜਾਣਾ, ਆਪਣੇ ਹਉਮੈ ਦਾ ਵੀ ਬਲ ਹਾਰ ਜਾਣਾ, ਜ਼ਮੀਨ ਜਾਇਦਾਦ ਧਨ ਸਰੀਰ ਸਾਰਾ ਹੀ ਬਲ ਹਾਰ ਜਾਣਾ, ਉਹਨੂੰ ਕਹਿੰਦੇ ਬਲਹਾਰ ਜਾਣਾ। ਤੇ ਆਪਾਂ ਮੂੰਹ ਤੋਂ ਕਹਿ ਦਈਏ ਬਲਹਾਰ ਜਾਣਾ, ਹਉਮੈ ਛੁੱਟੇ ਨਾ, ਧਨ ਦਾ ਮਾਣ ਛੁੱਟੇ ਨਾ, ਸਰੀਰ ਦਾ ਮਾਣ ਛੁੱਟੇ ਨਾ। ਸਤਿਗੁਰੂ ਕਹਿੰਦੇ ਜਦੋਂ ਸਾਰਾ ਹੀ ਬਲ ਹਾਰ ਜਾਈਏ ਉਦੋਂ ਬਲਹਾਰ ਜਾਈਦਾ। ਐਸੇ ਸਤਪੁਰਸ਼ਾਂ ਤੋਂ ਅਸੀਂ ਬਲਹਾਰ ਕੁਰਬਾਨ ਜਾਂਦੇ ਹਾਂ। ਨਾਨਕ ਹਰ ਜੇ ਮਾਇਆ ਕਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਰੀ ਵਾਹਿਗੁਰੂ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲੇ ਮਹਾਰਾਜ ਸਾਡੇ ਤੇ ਆਪਣੀ ਮਾਇਆ ਕਰੋ, ਕਿਰਪਾ ਕਰੋ। ਸ਼ਬਦ ਸਵਾਰਣ ਹਾਰ। ਮਹਾਰਾਜ ਸਾਨੂੰ ਵੀ ਗੁਰੂ ਰੂਪ ਹੋ ਕਰਕੇ ਆਪਣਾ ਉਪਦੇਸ਼ ਰੂਪੀ ਸ਼ਬਦ ਦੇ ਦਿਓ ਮਹਾਰਾਜ, ਜਿਸ ਕਰਕੇ ਸਾਨੂੰ ਵੀ ਸਵਾਰ ਲਵੋ। ਆਪਣੇ ਮਹਾਰਾਜ ਸ਼ਬਦ ਉਪਦੇਸ਼ ਨਾਲ ਸਾਨੂੰ ਸੁਭ ਗੁਣ ਬਖਸ਼ ਕੇ ਸਵਾਰ ਦਿਓ। ਸਾਵਣ
ਤਿਨਾ ਸੁਹਾਗਣੇ। ਇਹ ਮਹਾਰਾਜ ਕਹਿੰਦੇ ਸਾਵਣ ਦਾ ਮਹੀਨਾ ਇਹ ਸ਼ੌਕ ਅਵਸਥਾ ਤਿੰਨਾਂ ਸੁਹਾਗਣੀਆਂ ਮਹਾਂਪੁਰਖ ਬ੍ਰਹਮ ਗਿਆਨੀਆਂ ਵਾਸਤੇ ਜਿਨ੍ਹਾਂ ਦਾ ਨਿਸ਼ਚਾ ਨਿਰੰਕਾਰ ਦੇ ਅੰਦਰ ਇੱਕ ਰਸ ਟਿਕਿਆ ਹੈ, ਵਾਹਿਗੁਰੂ ਦੇ ਸੁਭਾਗ ਭਾਗ ਵਾਲੀਆਂ ਹਨ। ਜਿਨ ਰਾਮ ਨਾਮ ਉਰ ਹਾਰ। ਕੌਣ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਆਪਣੇ ਹਿਰਦੇ ਰੂਪੀ ਗਲੇ ਦੇ ਅੰਦਰ ਵਾਹਿਗੁਰੂ ਦੇ ਰਾਮ ਦੇ ਨਾਮ ਦਾ ਹੀ ਹਾਰ ਹੀ ਪਰੋ ਕੇ ਪਾ ਲਿਆ ਹੈ, ਬਰਾਗ ਰੂਪੀ ਛੇਕ ਪਾ ਕਰਕੇ ਇਹੋ ਜਿਹਾ ਮਹਾਰਾਜ ਜੀ ਦੇ ਨਾਮ ਦਾ ਹਾਰ ਹੀ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਕੰਠ ਪਹਿਰ ਲਿਆ ਨਾ, ਜਿਨ੍ਹਾਂ ਨੂੰ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਮੇਰੇ ਵਾਹਿਗੁਰੂ ਨੇ ਲਾ ਲਿਆ, ਸਾਵਣ ਤਿੰਨਾਂ ਸੁਹਾਗਣੀ। ਉਹਨਾਂ ਸੁਹਾਗਵੰਤੀਆਂ ਨੂੰ, ਉਹਨਾਂ ਤਤਵੇਤੇ ਮਹਾਂਪੁਰਖਾਂ ਨੂੰ ਸਾਉਣ ਦਾ ਮਹੀਨਾ ਬੜਾ ਆਨੰਦ ਵਾਲਾ ਹੈ, ਬੜਾ ਸੁਖਦਾਈ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਸਾਵਣ ਦੇ ਮਹੀਨੇ ਦਾ ਉਪਦੇਸ਼ ਬਖਸ਼ਿਆ। ਹਜੂਰ ਰਹਿਮਤ ਕਰਨ। ਹੁਣ ਸੁਹਾਗਣੀ ਦੀ ਅਵਸਥਾ ਦਿਖਾਈ ਹੈ ਨਾ, ਦੁਹਾਗਣੀ ਦੀ ਵੀ ਦਿਖਾਉਣਗੇ। ਭਾਦੋਏ ਭਰਮ ਭੁਲਾਣੀ ਆ। ਇਹ 2 ਮਹੀਨੇ ਪਾਵਸ ਰੁੱਤੂ ਦੇ ਹੈ, ਤੇ ਜਿਹੜੀ ਦੁਹਾਗਣੀ ਹੁੰਦੀ ਹੈ ਬਰਖਾ ਦੀ ਰੁੱਤ ਵਿੱਚ ਉਹਦੀ ਕੀ ਹਾਲਤ ਹੁੰਦੀ ਉਹ ਮਹਾਰਾਜ ਜਿਵੇਂ ਦਿਖਾਉਣਗੇ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਨਕ ਹਰ ਜੇ ਮਇਆ ਕਰ ਸ਼ਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ